ये है जी अपनी स्टोरी, थर्ड स्टोरी अपने सिलेबस दी। इस तो पहला ਆਪਾਂ दो स्टोरीज अपनियां कंप्लीट कर चुके हैं। पहली स्टोरी सीगी अपनी द प्रिंसेस ਤੇ ਉਸ ਤੋਂ ਬਾਅਦ ਆਪਣੀ ਸਟੋਰੀ ਆਈ ਸੀਗੀ ਗਲੀਵਰ ਇਨ ਲਿਲੀਪੁਟ। ਤਾਂ ਇਹ ਥਰਡ ਸਟੋਰੀ ਹੈ। ਪਹਿਲੀਆਂ ਦੋਨੇ ਸਟੋਰੀਜ਼ ਅਸੀਂ ਬਹੁਤ ਹੀ ਵਧੀਆ ਤਰੀਕੇ ਨਾਲ ਕੰਪਾਈਲ ਕੀਤੀਆਂ ਨੇ ਅਤੇ ਉਸ ਨੂੰ ਕੰਪਲੀਟ ਕੀਤਾ। ਅੱਜ ਅਸੀਂ ਆਪਣੀ ਥਰਡ ਸਟੋਰੀ ਕਰ ਰਹੇ ਹਾਂ ਟੌਮ ਵਾਈਟਵਾਸ਼ ਆ ਫੈਂਸ। ਟੌਮ ਵਾਈਟਵਾਸ਼ ਆ ਫੈਂਸ ਸਾਡੀ ਥਰਡ ਸਟੋਰੀ ਹੈ ਜੀ। ਤਾਂ ਇਹ ਕਿਸਨੇ ਲਿਖੀ ਹੈ? ਤਾਂ ਇਹ ਉੱਪਰਲਾ ਜਿਹੜਾ ਇੰਟਰੋਡਕਟਰੀ ਪੈਰਾ ਬੇਟਾ ਉਸ 'ਚ ਲਿਖਿਆ ਹੋਇਆ ਹੈ ਕਿ ਦਿਸ ਇਨਸੀਡੈਂਟ is taken from the adventures of Tom Sawyer by Mark Twain। ਇਹਦੇ ਰਾਈਟਰ ਨੇ ਜੀ ਮਾਰਕ ਟਵੇਨ। ਮਾਰਕ ਟਵੇਨ ਇਹਦੇ ਰਾਈਟਰ ਨੇ। ਤਾਂ ਇਹਨਾਂ ਦੀ ਇੱਕ ਬੁੱਕ ਹੈ ਦੀ ਐਡਵੈਂਚਰਸ ਆਫ ਟੌਮ ਸਾਇਰ। ਟੌਮ ਸਾਇਰਸ ਦੇ ਐਡਵੈਂਚਰਸ ਨੂੰ, ਐਡਵੈਂਚਰਸ ਦਾ ਮਤਲਬ ਹੁੰਦਾ ਹੈ ਜੋਖਮ ਭਰੇ ਕੰਮ, ਇਹਨਾਂ ਨੂੰ ਕਿਹਾ ਜਾਂਦਾ। ਤਾਂ ਇਹ ਐਕਚੁਅਲੀ ਜਿਹੜੀ ਬੁੱਕ ਸੀ ਬੇਟਾ ਇਹ ਚਿਲਡਰਨ ਲਈ ਲਿਖੀ ਗਈ ਸੀ, ਬੱਚਿਆਂ ਦੇ ਲਈ। ਤਾਂ ਇਹ ਬੱਚਿਆਂ ਐਕਚੁਅਲੀ ਟੌਮ ਸਾਇਰ ਹੈ ਹੀ ਇੱਕ ਬੱਚਾ, ਜਦੋਂ ਤੁਹਾਨੂੰ ਪਤਾ ਲੱਗੇਗਾ ਸਟੋਰੀ ਪੜਾਂਗੇ ਤੁਹਾਨੂੰ ਪਤਾ ਲੱਗੇਗੀ। ਤਾਂ ਉਹਦੇ ਚੋਂ ਇੱਕ ਇਨਸੀਡੈਂਟ, ਇੱਕ ਘਟਨਾ ਲਈ ਗਈ। ਤਾਂ ਆਪਣੇ ਚੈਪਟਰ ਦਾ ਨਾਮ ਹੈ ਟੌਮ ਵਾਈਟਵਾਸ਼ਿਸ ਆ ਫੈਂਸ, ਰਾਈਟਰ ਦਾ ਨਾਮ ਹੈ ਮਾਰਕ ਟਵੇਨ, ਤੇ ਇਹ ਕਿਹੜੀ ਬੁੱਕ ਚੋਂ ਲਈ ਗਈ ਹੈ? ਦੀ ਐਡਵੈਂਚਰਸ ਆਫ ਟੌਮ ਸਾਇਰ। ਉਹਦਾ ਇੱਕ ਇਨਸੀਡੈਂਟ ਹੈ। ਹੁਣ ਟੌਮ ਸਾਇਰ ਜਿਵੇਂ ਇੱਕ ਆਮ ਬੱਚੇ ਹੁੰਦੇ ਆ ਉਸ ਤਰ੍ਹਾਂ ਦਾ ਬੱਚਾ ਹੈ, ਬਹੁਤ ਹੀ ਸ਼ਰਾਰਤੀ ਹੈ। ਆਪਣੀ ਮਾਸੀ ਪੋਲੀ ਨਾਲ, ਜਿਹਨੂੰ ਉਹ ਆਂਟ ਪੋਲੀ ਕਹਿੰਦਾ, ਉਹਦੇ ਨਾਲ ਰਹਿੰਦਾ ਹੈ। ਤੇ ਇੱਕ ਇਹਦਾ ਬ੍ਰਦਰ ਹੈ ਸਿਡ। ਇਹ ਤਿੰਨ ਜਣੇ ਘਰ 'ਚ ਰਹਿੰਦੇ ਆ। ਸ਼ਰਾਰਤੀ ਬਹੁਤ ਹੈ ਤੇ ਸਕੂਲ ਜਾਣ ਤੋਂ ਕਤਰਾਉਂਦਾ ਹੈ। ਮੈਨੂੰ ਯਾਦ ਹੈ ਕਿ ਸਾਨੂੰ ਸਾਡੇ ਪੁਰਾਣੀਆਂ +2 ਕਲਾਸ ਦੇ ਵਿੱਚ ਮੰਡੇ ਮਾਰਨਿੰਗ ਨਾਂ ਦਾ ਇੱਕ ਚੈਪਟਰ ਹੁੰਦਾ ਸੀ, ਉਹ ਵੀ ਟੌਮ ਸਾਇਰ ਦੀ ਸੀਗਾ ਤੇ ਮਾਰਕ ਟਵੇਨ ਦਾ ਹੀ ਲਿਖਿਆ ਹੋਇਆ। ਤੇ ਉਹਦੇ ਵਿੱਚ ਇਹ ਦੱਸਿਆ ਜਾਂਦਾ ਸੀ ਕਿ ਟੌਮ ਸਾਇਰ ਜਦੋਂ ਵੀ ਮੰਡੇ ਹੁੰਦਾ ਸੀ, ਸੋਮਵਾਰ ਨੂੰ, ਉਹਨੂੰ ਸਕੂਲ ਜਾਣਾ ਬਹੁਤ ਔਖਾ ਲੱਗਦਾ ਸੀ ਤੇ ਕੋਈ ਨਾ ਕੋਈ ਬਹਾਨਾ ਬਣਾਉਂਦਾ ਉਹ। ਲੇਕਿਨ ਜਿਹੜੀ ਉਹਦੀ ਮਾਸੀ ਪੋਲੀ ਉਹਨੀਓ ਜ਼ਿਆਦਾ ਚਲਾਕ ਸੀ ਤੇ ਉਹਦੀਆਂ ਸਾਰੀਆਂ ਕਰਤੂਤਾਂ ਤੋਂ ਵਾਕਿਫ ਸੀ ਤੇ ਫਿਰ ਉਹ ਉਸਦੀ ਐਸੀ ਖਬਰ ਲੈਂਦੀ ਸੀ ਕਿ ਉਹਨੂੰ ਅਲਟੀਮੇਟਲੀ ਸਕੂਲ ਜਾਣਾ ਪੈਂਦਾ। ਤਾਂ ਅੱਜ ਵੀ ਜਿਹੜਾ ਟੌਮ ਸਾਇਰ ਦਾ ਜਿਹੜਾ ਜ਼ਿਕਰ ਹੈ ਉਹ ਤੁਹਾਨੂੰ ਪਤਾ ਲੱਗ ਜੂ ਕਿੱਡਾ ਉਹ ਵੀ ਚਤੁਰ ਚਲਾਕ ਬੰਦਾ ਹੈ। ਤਾਂ ਹੁਣ ਹੁੰਦਾ ਕੀ ਹੈ ਕਿ ਫਰਾਈਡੇ ਦੀ ਨਾਈਟ ਨੂੰ ਆ ਲਿਖਿਆ ਹੋਇਆ ਆਫਟਰ ਪਲੇਇੰਗ ਐਂਡ ਫਾਈਟਿੰਗ ਵਿਦ ਅਦਰ ਬॉयਜ਼। ਉਹਦੇ ਨਾਲ ਗਲੀ ਮੁਹੱਲੇ ਦੇ ਹੋਰ ਲੜਕੇ ਨੇ ਜਿਨ੍ਹਾਂ ਦੇ ਨਾਲ ਉਹ ਖੇਡਦਾ ਰਿਹਾ, ਫਾਈਟ ਕਰਦਾ ਰਿਹਾ। ਟੌਮ ਹੈਡ ਕਮ ਲੇਟ ਐਟ ਨਾਈਟ। ਸ਼ੁੱਕਰਵਾਰ ਦੀ ਰਾਤ ਨੂੰ ਲੇਟ ਆਉਂਦਾ ਆਪਣੇ ਘਰੇ, ਐਟ ਨਾਈਟ ਲੇਟ ਆਉਂਦਾ, ਸਾਰਾ ਦਿਨ ਖੇਡਦਾ ਰਹਿੰਦਾ। ਹਿਸ aunt saw the state of his clothes। ਤੇ ਜਦੋਂ ਦੇਖਦੀ ਹੈ ਕਿ ਇਹਦੇ ਕੱਪੜੇ ਬੜੇ ਤਿਬੜੇ ਨੇ, state of his clothes ਦਾ ਮਤਲਬ ਕੱਪੜਿਆਂ ਦੀ ਹਾਲਤ ਬਹੁਤ ਜ਼ਿਆਦਾ ਬੁਰੀ ਹੈ। ਤਾਂ ਫਿਰ ਉਹਦੀ ਆਂਟ ਪੋਲੀ ਹੈ ਜਿਹੜੀ decided to turn his Saturday holiday into a day of hard work। ਤਾਂ ਫਿਰ ਉਸਨੂੰ ਸਜ਼ਾ ਦੇਣ ਦੇ ਚੱਕਰ 'ਚ ਕੀ ਕਹਿੰਦੀ ਹੈ ਕਿ ਜਿਹੜੀ ਤੇਰੀ ਅਗਲੇ ਦਿਨ ਸੈਟਰਡੇ ਨੂੰ ਤੇਰੀ ਹੋਲੀਡੇ ਹੈ, ਜਿਵੇਂ ਆਪਾਂ ਨੂੰ ਸੈਕਿੰਡ ਸੈਟਰਡੇ ਦੀ ਹੋਲੀ ਹੁੰਦੀ ਹੈ, ਲੇਕਿਨ ਜਿਹੜੇ ਵੈਸਟਰਨ ਕੰਟਰੀਜ਼ ਹੈ ਉੱਥੇ ਹਰ ਹਫਤੇ ਹੀ ਸੈਟਰਡੇ ਸੰਡੇ ਦੀ ਹੋਲੀਡੇ ਹੁੰਦੀ ਹੈ। ਤਾਂ ਜਿਹੜੀ ਤੇਰੀ ਸ਼ਨੀਵਾਰ ਦੀ ਛੁੱਟੀ ਹੈ ਉਸ ਦਿਨ ਤੂੰ ਕਿਤੇ ਨਹੀਂ ਜਾਏਗਾ, ਤੂੰ ਹਾਰਡ ਲੇਬਰ ਕਰੇਗਾ। ਕੋਈ ਕੰਮ ਦੇ ਦਿੰਦੀ ਹੈ ਵੀ ਤੂੰ ਇਹ ਕੰਮ ਕਰੇਗਾ ਘਰ ਦਾ, ਤੂੰ ਕਿਤੇ ਨਹੀਂ ਜਾਏਗਾ ਖੇਡਣ। ਉਹਨੂੰ ਕੰਮ ਕੀ ਦੇ ਦਿੰਦੀ ਹੈ ਕਿ ਉਸਨੇ ਇੱਕ ਫੈਂਸ ਨੂੰ ਵਾਈਟ ਵਾਸ਼ ਕਰਨਾ। ਫੈਂਸ ਦਾ ਮਤਲਬ ਕੀ ਹੁੰਦਾ ਬੇਟਾ? ਇੱਕ ਦੀਵਾਰ। ਉਹ ਦੀਵਾਰ ਲੱਕੜ ਦੀ ਦੀਵਾਰ ਹੈ। ਜਿਵੇਂ ਆਪਾਂ ਸਪੋਜ਼ ਕਰੋ ਗਾਰਡਨ ਹੋਵੇ ਆਪਣੇ ਘਰ ਦੇ ਆਲੇ ਦੁਆਲੇ, ਇੱਕ ਲੱਕੜ ਜੀ ਦੀ ਦੀਵਾਰ ਲਾ ਦਿੰਦੇ ਆ, ਤਿੱਖੀਆਂ ਤਿੱਖੀਆਂ ਦੀਆਂ ਚੁੰਝਾਂ ਹੁੰਦੀਆਂ ਜਿਵੇਂ, ਉਹਦੇ ਨਾਲ ਆਪਾਂ ਦੀਵਾਰ ਜੀ ਲਾ ਦਿੰਦੇ ਤਾਂ ਕਿ ਐਨੀਮਲਸ ਅੰਦਰ ਨਾ ਆ ਸਕਣ, ਡੌਗ ਵਗੈਰਾ, ਕੈਟਸ ਵਗੈਰਾ ਗਾਰਡਨ 'ਚ ਨਾ ਆ ਸਕਣ। ਤਾਂ ਉਹ ਦੀਵਾਰ ਹੈ, ਉਸਨੂੰ ਉਸਨੇ ਕੀ ਕਰਨਾ ਹੈ? ਵਾਈਟ ਵਾਸ਼ ਕਰਨਾ, ਉਸਨੂੰ ਕਲੀ ਕਰਨਾ। ਤਾਂ ਇਹ ਕੰਮ ਦੀ ਸਜ਼ਾ ਆਂਟ ਪੋਲੀ ਟੌਮ ਦੀ ਲਗਾ ਦਿੰਦੀ ਕਿ ਤੈਨੂੰ ਇਹ ਕੰਮ ਕਰਨਾ ਵੀ ਤੂੰ ਸਾਰਾ ਦਿਨ ਕੱਲ ਸਕੂਲੋਂ ਆ ਕੇ ਖੇਲਦਾ ਰਹੇ, ਲੇਟ ਨਾਈਟ ਘਰ ਆਏ ਆ, ਸਾਰੇ ਕੱਪੜੇ ਆਪਣੇ ਖਰਾਬ ਕਰਕੇ ਆਏ ਆ, ਤੇਰੀ ਸਜ਼ਾ ਹੈ। ਤਾਂ ਸਟਾਰਟ ਸਾਡਾ ਚੈਪਟਰ ਇੱਥੋਂ ਹੁੰਦਾ ਜੀ ਕਿ ਸੈਟਰਡੇ ਮਾਰਨਿੰਗ ਕੇਮ। ਸ਼ਨੀਵਾਰ ਦੀ ਸਵੇਰ ਆਉਂਦੀ ਹੈ ਤੇ ਦ ਸਮਰ ਵਰਲਡ ਵਾਜ਼ ਫੁੱਲ ਆਫ ਲਾਈਫ। ਹੁਣ ਗਰਮੀਆਂ ਦੇ ਦਿਨ ਚੱਲ ਰਹੇ ਹੈ, ਗਰਮੀਆਂ ਦਾ ਜਿਹੜਾ ਟਾਈਮ ਹੁੰਦਾ ਹੈ ਉਹ ਫੁੱਲ ਆਫ ਲਾਈਫ ਹੈ, ਲਾਈਫ ਨਾਲ ਭਰਿਆ ਹੋਇਆ ਹੈ। ਗਰਮੀਆਂ ਜਿਹੜੀਆਂ ਵੈਸਟਰਨ ਕੰਟਰੀਜ਼ ਦੇ ਵਿੱਚ ਗਰਮੀ ਹੁੰਦੀ ਹੈ, ਆਪਣੇ ਵਾਂਗੂ ਤਾਂ ਗਰਮੀ ਨਹੀਂ ਪੈਂਦੀ, ਉੱਥੇ ਬੜੀ ਨਰਮ ਜੀ ਗਰਮੀ ਪੈਂਦੀ ਹੈ, ਤਾਂ ਬੜਾ ਅੱਛਾ ਮੌਸਮ ਹੁੰਦਾ। There was a song in every heart and cheerfulness on every face। ਇਹਨਾਂ ਦਿਨਾਂ ਦੇ ਵਿੱਚ ਹਰ ਇੱਕ ਦੇ ਚਿਹਰੇ ਤੇ on every face cheerfulness ਹੁੰਦੀ ਹੈ ਜੀ। cheerfulness ਦਾ ਮਤਲਬ ਖੁਸ਼ੀ ਹੁੰਦੀ ਹੈ ਹਰ ਇੱਕ ਦੇ ਦਿਲ ਦੇ ਵਿੱਚ,
ਅਤੇ ਹਰ ਕੋਈ ਗਾਣੇ ਗਾਉਂਦਾ, ਆਪਣੇ ਦਿਲ ਦੇ ਵਿੱਚ ਗਾਣੇ ਗਾਉਂਦਾ। The trees were in bloom and the fragrance of the blossom filled the air। ਹੁਣ ਜਿਹੜੇ ਟਰੀਜ਼ ਨੇ ਇਸ ਟਾਈਮ ਦੇ ਵਿੱਚ ਪੂਰੇ ਤਰ੍ਹਾਂ ਆਪਣੇ ਫੁੱਲਾਂ ਦੇ ਨਾਲ ਜਾਂ ਪੱਤਿਆਂ ਦੇ ਨਾਲ ਭਰੇ ਹੁੰਦੇ ਨੇ, ਇਨ ਬਲੂਮ, ਪੂਰੇ ਖਿੜੇ ਹੁੰਦੇ ਨੇ ਦਰਖਤ, ਅਤੇ ਉਹਨਾਂ ਦੇ ਜਿਹੜੇ ਬਲੌਸਮ ਮੀਨਸ ਉਹਨਾਂ ਦੀਆਂ ਜਿਹੜੀਆਂ ਫਲਾਵਰਸ ਨੇ, ਫੁੱਲ ਨੇ, ਉਹਨਾਂ ਦੀ ਜਿਹੜੀ ਫ੍ਰੈਗਰੈਂਸ ਹੈ, ਫ੍ਰੈਗਰੈਂਸ ਦਾ ਮਤਲਬ ਸੁਗੰਧ, ਸਾਰੀ ਹਵਾ ਦੇ ਨਾਲ ਉਹ ਫ੍ਰੈਗਰੈਂਸ ਜਿਹੜੀ ਹੈ ਛਾ ਜਾਂਦੀ ਹੈ, ਪੂਰੀ ਹਵਾ ਦੇ ਵਿੱਚ ਫ੍ਰੈਗਰੈਂਸ ਭਰੀ ਹੁੰਦੀ ਹੈ, ਮਤਲਬ ਉਹਨਾਂ ਦੀ ਸੁਗੰਧ ਛਾਈ ਹੁੰਦੀ ਹੈ। The hill beyond the village was covered with green vegetation। ਹੁਣ ਟੌਮ ਸਾਇਰ ਆਪਣੀ ਆਂਟ ਪੋਲੀ ਦੇ ਨਾਲ ਇੱਕ ਪਿੰਡ ਚ ਰਹਿੰਦਾ, ਤਾਂ ਹੁਣ ਜਿਹੜਾ ਪਿੰਡ ਹੈ ਉਸਦੇ ਪਿੱਛੇ ਜਿਹੜੀ ਹਿੱਲ ਹੈ, ਪਹਾੜੀ ਏਰੀਆ ਹੈ, ਪਹਾੜੀ ਹੈ, ਤਾਂ ਉਸ ਪਹਾੜੀ ਤੋਂ ਪਾਰ ਕੀ ਹੈ ਕਿ ਹਰ ਕਿਤੇ ਗ੍ਰੀਨ ਵੈਜੀਟੇਸ਼ਨ, ਹਰੀ ਭਰੀ ਵਨਸਪਤੀ, ਗ੍ਰੀਨ ਦਾ ਮਤਲਬ ਹਰੀ ਭਰੀ, ਵੈਜੀਟੇਸ਼ਨ ਦਾ ਮਤਲਬ ਪੇੜ ਪੌਦੇ, ਉਹ ਕਵਰਡ ਨੇ, ਚਾਰੇ ਪਾਸੇ ਹਰਿਆਲੀ ਦਿਖ ਰਹੀ। ਐਂਡ ਇਟ lay just far enough away to seem a wonderland of joy। ਅਤੇ ਐਂ ਲੱਗਦਾ ਸੀ ਕਿ ਵੰਡਰਲੈਂਡ ਆਫ ਜੋਏ ਹੈ। ਵੰਡਰਲੈਂਡ ਦਾ ਮਤਲਬ ਹੁੰਦਾ ਹੈ ਆਪਣੇ ਕਈ ਜਿਹੜੇ ਹੁੰਦੇ ਆ ਚਿਲਡਰਨ ਪਾਰਕ ਹੁੰਦੇ ਆ ਜਿਹਦੇ ਵਿੱਚ ਆਪਾਂ ਮਤਲਬ ਉਹ ਨਹਾਉਣ ਵਗੈਰਾ ਜਾਂਦੇ ਆ ਨਾ, ਤੇ ਰਾਈਡਸ ਵਗੈਰਾ ਲੈਣ ਜਾਂਦੇ ਆ, ਉਹਦਾ ਨਾਮ ਵੰਡਰਲੈਂਡ ਹੈ, ਆਪਣੇ 90 ਦੇ ਨੇੜੇ ਹੀ ਹੈ। ਤੇ ਵੰਡਰਲੈਂਡ ਦਾ ਮਤਲਬ ਇੱਥੇ ਹੈ ਕਿ ਅਦਭੁਤ ਜਿਹਾ ਜਿਹੜੀ ਜ਼ਮੀਨ ਹੁੰਦੀ ਆ ਆਫ ਜੋਏ, ਖੁਸ਼ੀਆਂ ਦੇ ਨਾਲ ਜਿਹੜੀ ਵੰਡਰਲੈਂਡ ਹੈ, ਅਦਭੁਤ ਜਿਹੜਾ ਜ਼ਮੀਨ ਹੈ, ਉਹ ਜਸਟ ਥੋੜੀ ਜਿਹੀ ਦੂਰ ਹੈ। ਜਦੋਂ ਆਪਾਂ ਉਸ ਵੈਜੀਟੇਸ਼ਨ ਨੂੰ ਦੇਖਦੇ ਹਾਂ, ਫਾਰ ਇਨਫ ਅਵੇ, ਫਾਰ ਇਨਫ ਅਵੇ ਦਾ ਮਤਲਬ ਥੋੜੀ ਜਿਹੀ ਜ਼ਿਆਦਾ ਦੂਰ ਹੈ, ਜਸਟ ਫਾਰ ਇਨਫ, ਉਹ ਜਿਹੜੀ ਸਾਰੇ ਪਾਸੇ ਹਰਿਆਲੀ ਹਿਲ ਤੋਂ ਪਾਰ ਦਿਖਦੀ ਹੈ, ਉਸ ਨੂੰ ਵੰਡਰਲੈਂਡ ਕਿਹਾ ਹੈ। ਤਾਂ ਟੌਮ ਅਪੀਅਰਡ ਔਨ ਦਾ ਪੇਮੈਂਟ ਵਿਦ ਅ ਬਕਟ ਆਫ ਵਾਈਟ ਵਾਸ਼ ਐਂਡ ਅ ਬ੍ਰਸ਼। ਤਾਂ ਸਾਡੇ ਹੀਰੋ ਟੌਮ ਦੀ ਐਂਟਰੀ ਹੁੰਦੀ ਹੈ ਜੀ ਸਟੋਰੀ ਦੀ। ਤਾਂ ਟੌਮ ਕੀ ਹੈ ਜੀ, ਪੇਮੈਂਟ ਫੁੱਟਪਾਥ ਨੂੰ ਕਿਹਾ ਜਾਂਦਾ ਬੇਟਾ। ਤਾਂ ਜਿਹੜੇ ਆਪਣੇ ਜਿਵੇਂ ਗਾਰਡਨ ਦੇ ਆਲੇ ਦੁਆਲੇ ਆਪਾਂ ਕੰਧ ਦੇ ਨਾਲ ਇੱਟਾਂ ਦੀ ਦੀਵਾਰ ਜੀ ਲਾ ਦਿੰਦੇ ਆ, ਉਹਨੂੰ ਕਿਹਾ ਜਾਂਦਾ। ਤਾਂ ਉਸ ਤੇ ਆਂਦਾ, ਉਹ ਘਰ ਤੋਂ ਬਾਹਰ ਨਿਕਲਦਾ, ਉਹਦੇ ਹੱਥ 'ਚ ਕੀ ਹੈ, ਇੱਕ ਕਲੀ ਦੀ ਬਾਲਟੀ ਹੈ ਅਤੇ ਇੱਕ ਬ੍ਰਸ਼। ਹੀ ਲੁਕਡ ਐਟ ਦਾ ਫੈਂਸ। ਤਾਂ ਉਹ ਫੈਂਸ ਨੂੰ ਦੇਖਦਾ ਹੈ, ਉਸ ਲੱਕੜ ਦੀ ਦੀਵਾਰ ਨੂੰ ਦੇਖਦਾ ਜਿਹੜੀ ਉਹਨੇ ਪੇਂਟ ਕਰਨੀ ਹੁੰਦੀ ਹੈ ਸਵੇਰੇ ਸਵੇਰੇ। ਐਂਡ ਐਟ ਦਾ ਅਨਇੰਸਪਾਇਰਿੰਗ ਸਾਈਟ ਆਲ ਗਲੈਡਨੈਸ ਲੈਫਟ ਹਿਮ। ਤਾਂ ਜਦੋਂ ਬਾਹਰ ਆਉਂਦਾ ਉਹ ਤਾਂ ਖੁਸ਼ ਹੁੰਦਾ ਹੈ, ਗਲੈਡ ਦਾ ਮਤਲਬ ਹੁੰਦੀ, ਗਲੈਡਨੈਸ ਦਾ ਮਤਲਬ ਖੁਸ਼ੀ। ਲੇਕਿਨ ਜਦੋਂ ਉਹ ਦੀਵਾਰ ਨੂੰ ਦੇਖਦਾ ਹੈ, ਅਨਇੰਸਪਾਇਰਿੰਗ। ਨਾਓ ਅਨਇੰਸਪਾਇਰਿੰਗ ਜਿਹੜਾ ਵਰਡ ਹੈ, ਇੰਸਪਾਇਰਿੰਗ ਦਾ ਉਲਟ ਹੈ। ਇੰਸਪਾਇਰਿੰਗ ਦਾ ਮਤਲਬ ਹੁੰਦਾ ਹੈ ਕਿ ਜਦ ਆਪਾਂ ਕਿਸੇ ਨੂੰ ਪ੍ਰੇਰਨਾ ਦੇਈਏ, ਕੋਈ ਚੀਜ਼ ਮੰਨ ਲਓ ਆਪਾਂ ਕਿਸੇ ਚੀਜ਼ ਨੂੰ ਦੇਖੀਏ, ਆਪਾਂ ਉਸ ਚੀਜ਼ ਨੂੰ ਦੇਖ ਕੇ ਜੋਸ਼ ਚ ਆ ਜਾਈਏ, ਆਪਣਾ ਉਹ ਕੰਮ ਕਰਨ ਨੂੰ ਜੀ ਕਰੇ, ਉਹਨੂੰ ਆਪਾਂ ਇੰਸਪਾਇਰਿੰਗ ਵਰਕ ਕਹਿੰਦੇ ਹਾਂ। ਲੇਕਿਨ ਇਹਦੇ ਲਈ ਕੀ ਹੈ, ਉਹਦੇ ਅੱਗੇ ਦੇਖੋ UN ਲੱਗ ਗਿਆ। ਤਾਂ ਜਦੋਂ ਫੈਂਸ ਨੂੰ ਦੇਖਦਾ ਹੈ ਕਿ ਯਾਰ ਮੈਨੂੰ ਸਾਰੀ ਅੱਜ ਦੀਵਾਰ ਨੂੰ ਕਲੀ ਕਰਨੀ ਪੈਣੀ ਹੈ, ਤਾਂ ਉਹਦੇ ਲਈ ਇਹ ਅਨਇੰਸਪਾਇਰਿੰਗ ਵਰਕ ਹੋ ਗਿਆ। ਮਤਲਬ ਉਹਦਾ ਸਾਰਾ ਜੋਸ਼ ਜਿਹਾ ਠੰਡਾ ਪੈ ਗਿਆ ਉਹਨੂੰ ਦੇਖ ਕੇ, ਵੀ ਸਾਰੀ ਛੁੱਟੀ ਤਾਂ ਗਈ ਆਪਣੀ ਅੱਜ। ਹੀ ਹੈਡ ਟੂ ਵਾਈਟ ਵਾਸ਼, ਉਸਨੂੰ ਕਲੀ ਕਰਨੀ ਪੈਣੀ ਸੀ। ਤੇ ਉਹ ਦੀਵਾਰ ਦੀ ਹੁਣ ਚੌੜਾਈ ਵਗੈਰਾ ਦੱਸੀ ਗਈ ਹੈ, 30 ਯਾਰਡ ਆਫ ਬ੍ਰੌਡ ਫੈਂਸ 9 ਫੀਟ ਹਾਈ। ਤਾਂ ਇਹ ਜਿਹੜੀ ਲੱਕੜ ਦੀ ਦੀਵਾਰ ਹੈ, ਜਿਹੜੀ ਇਸਨੇ ਫੈਂਸ, ਜਿਸ ਫੈਂਸ ਨੂੰ ਇਸਨੇ ਵਾਈਟ ਵਾਸ਼ ਕਰਨਾ ਹੈ, ਉਹ 30 ਗਜ਼ ਬਾਏ 9 ਫੁੱਟ, 30 ਗਜ਼ ਬਾਏ 9 ਫੀਟ। ਤਾਂ 30 ਗਜ਼ ਲੰਬੀ ਹੈ ਜੀ, ਤੇ ਮਤਲਬ ਉਹਦੀ ਲੰਬਾਈ ਹੈ, ਤੇ ਜਿਹੜੀ ਉਚਾਈ ਹੈ ਉਹਦੀ ਕਿੰਨੀ ਹੈ, 9 ਫੁੱਟ। ਤਾਂ 9 ਫੀਟ ਉਹਦੀ ਉਚਾਈ ਹੈ। ਇੰਨੀ ਮਤਲਬ ਉਸਨੇ ਜਿਹੜੀ ਫੈਂਸ ਹੈ ਉਸਨੂੰ ਵਾਈਟ ਵਾਸ਼ ਕਰਨਾ, ਤਾਂ ਕਾਫੀ ਵੱਡਾ ਕੰਮ ਹੈ। ਲਾਈਫ ਟੂ ਹਿਮ ਸੀਮਡ ਮੀਨਿੰਗਲੈਸ। ਹੁਣ ਜ਼ਿੰਦਗੀ ਉਹਦੇ ਲਈ ਬੇਅਰਥ ਜੀ ਨਜ਼ਰ ਆ ਰਹੀ ਹੈ, ਕਿਉਂਕਿ ਉਹਨੇ ਤਾਂ ਸ਼ਾਇਦ ਉਸਨੇ ਅੱਜ ਛੁੱਟੀ ਮਨਾਣੀ ਹੈ, ਪਰ ਅੱਜ ਕੰਮ ਦੇਤਾ ਉਹਦੀ ਮਾਸੀ ਨੇ। He began to think of the fun he had planned for this day। ਤਾਂ ਜਦੋਂ ਕੱਲ ਆਇਆ ਸੀ ਆਪਣੇ ਘਰੇ, ਤਾਂ ਸਾਰੀ ਰਾਤ ਸੋਚਦਾ ਰਿਹਾ ਕਿ ਮੈਂ ਅਗਲੀ ਦਿਨ ਛੁੱਟੀ ਹੈ ਮੈਨੂੰ ਸੈਟਰਡੇ ਦੀ, ਤਾਂ ਪਲੈਨਿੰਗ ਕਰ ਰਿਹਾ ਸੀਗਾ ਕਿ ਕੋਈ ਮਜ਼ਾਕ ਵਾਲੇ ਕੰਮ ਕਰਾਂਗੇ, ਤਾਂ ਉਸ ਮਜ਼ਾਕ ਬਾਰੇ ਸੋਚ ਰਿਹਾ ਸੀ। ਐਂਡ ਹਿਸ ਸੋਰੋਜ਼ ਮਲਟੀਪਲਾਈਡ। ਤਾਂ ਜਦੋਂ ਹੁਣ ਇਹ ਗੱਲ ਸੋਚਦਾ ਹੈ ਕਿ ਮੈਂ ਕੱਲ ਕੀ ਸੋਚ ਰਿਹਾ ਕਿ ਅੱਜ ਮੇਰਾ ਕੀ ਬਣ ਗਿਆ, ਤਾਂ ਉਹਦੇ ਜਿਹੜੇ ਦੁੱਖ ਨੇ, ਸੋਰੋਜ਼ ਦਾ ਮਤਲਬ ਦੁੱਖ ਨੇ, ਉਹ ਮਲਟੀਪਲਾਈ ਹੋ ਜਾਂਦੇ ਨੇ, ਬਹੁਤ ਜ਼ਿਆਦਾ ਗੁਣਾ ਨਾਲ ਵੱਧ ਜਾਂਦੇ ਨੇ, ਕਈ ਗੁਣਾ ਵੱਧ ਜਾਂਦੇ ਨੇ ਉਹਦੇ ਦੁੱਖ। ਤਾਂ ਪਹਿਲਾਂ ਬੰਦਾ ਕੀ ਸੋਚ ਰਿਹਾ ਸੀ, ਹੁਣ ਹੋ ਕੀ ਗਿਆ। Soon the free boys would come। ਤਾਂ ਹੁਣ ਦੇਖੋ ਇਕੱਲੇ ਨੂੰ ਕੰਮ ਲੱਗ ਗਿਆ, ਉਹਦੇ ਆਲੇ ਦੁਆਲੇ ਦੇ ਜਿਹੜੇ ਬॉयਜ਼ ਨੇ ਉਹ ਫ੍ਰੀ ਨੇ, ਅੱਜ ਉਸਦੇ ਗੁਆਂਢੀ ਜਿਹੜੇ ਤੇ ਯਾਰ ਦੋਸਤ ਨੇ, ਹੁਣ ਉਹ ਆਣਗੇ, ਫ੍ਰੀ ਨੇ ਉਹ। ਫ੍ਰੀ ਬॉयਜ਼ ਦਾ ਮਤਲਬ ਉਹ ਤਾਂ ਫ੍ਰੀ ਨੇ, ਉਹਨੂੰ ਕੋਈ ਕੰਮ ਨਹੀਂ ਹੈ।
and ridicule him for having to work, ਤੇ ਉਹਦਾ ਆ ਕੇ ਮਜ਼ਾਕ ਉਡਾਉਣਗੇ। ਨੋ ridicule ਦਾ ਮਤਲਬ ਹੁੰਦਾ ਮਜ਼ਾਕ ਉਡਾਉਣਾ, ਕਿ ਦੇਖ ਅਸੀਂ ਤਾਂ ਖੇਡ ਰਹੇ ਹਾਂ ਤੇ ਤੂੰ ਆਪਣੇ ਕੰਮ ਲੱਗਿਆ। ਲੇਕਿਨ ਟੌਮ ਸਾਡਾ ਜਿਹੜਾ ਹੀਰੋ ਹੈ ਬੜਾ ਚੁਸਤ ਚਲਾਕ ਹੈ। he thought of an excellent idea, ਤਾਂ ਉਸ ਨੂੰ ਇੱਕ ਬੜਾ ਹੀ ਸ਼ਾਨਦਾਰ ਵਿਚਾਰ, ਵਧੀਆ ਵਿਚਾਰ ਸੁਝਦਾ ਹੈ। ਤਾਂ he took up his brush and went calmly to work, ਤਾਂ ਉਹ ਆਪਣਾ ਬ੍ਰਸ਼ ਚੱਕਦਾ ਹੈ। ਟੇਕ ਅਪ ਦਾ ਮਤਲਬ ਹੁੰਦਾ ਹੈ ਕਿਸੇ ਚੀਜ਼ ਨੂੰ ਚੱਕਣਾ, ਤਾਂ ਉਹ ਬ੍ਰਸ਼ ਚੱਕਦਾ ਹੈ ਅਤੇ ਚੁੱਪਚਾਪ ਕੰਮ ਤੇ ਚਲਾ ਜਾਂਦਾ। went calmly ਦਾ ਮਤਲਬ ਚੁੱਪਚਾਪ। Ben Rogers came into view presently, ਤਾਂ ਪਹਿਲਾ ਉਹਦਾ ਦੋਸਤ ਆਂਦਾ ਹੈ ਜੀ Ben Rogers। ਤਾਂ ਬੇਟਾ ਇਹ ਨਾਮ ਯਾਦ ਰੱਖਣੇ ਆ ਤੁਸੀਂ। ਤੁਹਾਨੂੰ ਮੈਂ ਪਹਿਲਾਂ ਦੱਸਿਆ ਕਿ ਟੌਮ ਸਾਇਰ ਉਹਦਾ ਪੂਰਾ ਨਾਮ ਹੈ, ਉਹਦੀ ਮਾਸੀ ਦਾ ਨਾਮ ਹੈ ਔਂਟ ਪੋਲੀ, ਆਏਗਾ ਉਹਦਾ ਵੀ ਜ਼ਿਕਰ, ਤੇ ਇਸਦਾ ਇੱਕ ਬ੍ਰਦਰ ਵੀ ਹੈ ਸਿਡ, SID, ਤੇ ਇਹਦਾ ਪਹਿਲਾ ਦੋਸਤ ਹੈ ਜਿਹੜਾ ਗੁਆਂਢੀ ਉਹ ਬੈਨ ਰੋਜਰਸ। ਤਾਂ ਬੈਨ ਰੋਜਰਸ ਜਿਹੜਾ ਹੈ ਉਹ ਹੁਣ ਸੀਨ ਚ ਆਉਂਦਾ। ਕੇਮ ਇਨਟੂ ਵਿਊ ਦਾ ਮਤਲਬ ਉਹਦੇ ਸਾਹਮਣੇ ਆਉਂਦਾ। He was the very boy of all boys whose ridicule he had been dreading, ਤੇ ਇਹ ਉਸਦੇ ਆਲੇ ਦੁਆਲੇ ਦੇ ਸਾਰੇ ਲੜਕਿਆਂ ਚੋਂ ਉਹ ਖਾਸ ਲੜਕਾ ਹੈ। all boys, ਜਿੰਨੇ ਵੀ ਉਹਦੇ ਆਲੇ ਦੁਆਲੇ ਉਹਦੇ ਦੋਸਤ ਨੇ, ਉਹਨਾਂ ਚੋਂ ਇਹ ਵੈਰੀ ਬॉय, ਖਾਸ ਲੜਕਾ ਹੈ। whose ridicule, ਜਿਸਦਾ ਮਜ਼ਾਕ ਤੋਂ ਇਹ ਡਰ ਰਿਹਾ ਸੀ ਕਿ ਵੀ ਇਹ ਮੇਰੀ ਕਲਾਸ ਲਾਊਗਾ, ਮਜ਼ਾਕ ਕਰੂ ਮੇਰੇ ਨਾਲ, ਮੇਰਾ ਮਜ਼ਾਕ ਉਡਾਊਗਾ, ਇਸੇ ਤੋਂ ਹੀ ਡਰ ਰਿਹਾ ਸੀ। ਉਹੀ ਬੰਦਾ ਬੈਨ ਰੋਜਰਸ ਉਹਦੇ ਪਹਿਲੀ ਵਾਰੀ ਉਹ ਸੀਨ ਚ ਆ ਜਾਂਦਾ, ਉਹਨੂੰ ਪਹਿਲਾ ਬੰਦਾ ਹੀ ਉਹ ਦੇ। ਤਾਂ ਬੈਨ ਵਾਜ਼ ਈਟਿੰਗ ਐਨ ਐਪਲ, ਹੁਣ ਸਵੇਰੇ ਸਵੇਰੇ ਆ ਬੈਨ ਨੂੰ ਇੱਕ ਐਪਲ ਖਾ ਰਿਹਾ, ਸੇਬ ਖਾ ਰਿਹਾ। ਐਂਡ ਹੀ ਸੀਮ ਟੂ ਬੀ ਇਨ ਹਾਈ ਸਪਿਰਿਟਸ, ਅਤੇ ਬੜੇ ਜੋਸ਼ ਚ ਹੈ। ਇਨ ਹਾਈ ਸਪਿਰਿਟਸ, ਟੂ ਬੀ ਇਨ ਹਾਈ ਸਪਿਰਿਟਸ ਦਾ ਮਤਲਬ ਹੁੰਦਾ ਜਦ ਆਪਣਾ ਮੂਡ ਬੜਾ ਵਧੀਆ, ਆਪਾਂ ਬੜੇ ਖੁਸ਼ ਹੋਈਏ। ਵੈਸੇ ਵੀ ਜਿਸ ਦਿਨ ਛੁੱਟੀ ਹੁੰਦੀ ਆ ਉਸ ਦਿਨ ਬੜੀ ਖੁਸ਼ ਹੁੰਦੇ ਹੋ ਤੁਸੀਂ। ਤਾਂ ਟੌਮ ਵੈਂਟ ਔਨ ਵਾਈਟ ਵਾਸ਼ਿੰਗ, ਹੁਣ ਟੌਮ ਜਿਹੜਾ ਇਹ ਵਾਈਟ ਵਾਸ਼ ਕਰੀ ਜਾ ਰਿਹਾ ਹੈ। ਹੁਣ ਦੇਖੋ ਉਸ ਵੱਲ ਧਿਆਨ ਨਹੀਂ ਦਿੰਦਾ ਹੈ, ਇਹ ਆਪਣਾ ਵਾਈਟ ਵਾਸ਼ ਕਰ ਰਿਹਾ, ਕਲੀ ਕਰ ਰਿਹਾ ਕੰਧ ਨੂੰ, ਫੈਂਸ ਨੂੰ। ਐਂਡ ਪੇਡ ਨੋ ਅਟੈਂਸ਼ਨ ਟੂ ਹਿਮ, ਅਤੇ ਕੋਈ ਧਿਆਨ ਨਹੀਂ ਦਿੰਦਾ। ਤਾਂ ਟੂ ਪੇ ਨੋ ਅਟੈਂਸ਼ਨ ਮੈਂ ਤੁਹਾਨੂੰ ਪਹਿਲਾਂ ਵੀ ਕਈ ਵਾਰੀ ਦੱਸਿਆ, ਟੂ ਪੇ ਨੋ ਅਟੈਂਸ਼ਨ ਇਕੱਠਾ ਹੁੰਦਾ ਹੈ, ਇਹਦਾ ਮਤਲਬ ਹੁੰਦਾ ਹੈ ਟੂ ਪੇ ਅਟੈਂਸ਼ਨ ਦਾ ਮਤਲਬ ਧਿਆਨ ਦੇਣਾ। ਜੇ ਆਪਾਂ ਕਹੀਏ ਟੂ ਪੇ ਨੋ ਅਟੈਂਸ਼ਨ ਤਾਂ ਧਿਆਨ ਨਾ ਦੇਣਾ। ਤਾਂ ਬੈਨ ਸਟੇਅਰਡ ਐਟ ਹਿਮ ਫॉर ਅ ਮੋਮੈਂਟ, ਹੁਣ ਬੈਨ ਇਸ ਵੱਲ ਸਟੇਅਰਡ ਦਾ ਮਤਲਬ ਘੂਰ ਕੇ ਜੇ ਦੇਖਦਾ, ਪਹਿਲਾਂ ਵੀ ਵਰਡ ਕਈ ਵਾਰੀ ਆਇਆ ਹੈ। ਅਤੇ ਫਿਰ ਕਹਿੰਦਾ ਯੂ ਆਰ ਇਨ ਟਰਬਲ ਆਰਨ ਯੂ, ਤੂੰ ਦੁਖੀ ਲੱਗ ਰਹੇ ਹੈ। ਯੂ ਆਰ ਇਨ ਟਰਬਲ, ਦੁਖੀ ਲੱਗ ਰਹੇ, ਆਰਨ ਯੂ, ਆਰ ਨੋਟ ਯੂ, ਕਿ ਦੁਖੀ ਨਹੀਂ ਹੈ ਤੂੰ। ਤਾਂ ਤੁਹਾਨੂੰ ਬੇਟਾ ਯਾਦ ਹੋਣਾ ਜਿਸ ਦਿਨ ਅਸੀਂ ਆਪਣੀ ਇੱਕ ਚੈਪਟਰ ਕਰਿਆ ਸੀ, ਉਹਦੇ ਵਿੱਚ ਆਪਾਂ ਨੂੰ ਕੁਐਸਚਨ ਟੈਗ ਆਏ ਸੀ। ਉਹਦੇ ਵਿੱਚ ਕੀ ਹੁੰਦਾ ਹੈ ਕਿ ਜਿਹੜਾ ਕੁਐਸਚਨ ਟੈਗ ਕੀ ਹੁੰਦਾ ਹੈ ਕਿ ਕੁਐਸਚਨ ਨਾ ਟੈਗ ਚ ਪੁੱਛਿਆ ਜਾਂਦਾ। ਪਹਿਲਾਂ ਕੋਮੇ ਤੋਂ, ਦੇਖੋ ਕੋਮਾ ਲੱਗਿਆ, ਕੋਮੇ ਤੋਂ ਪਹਿਲਾਂ ਵਾਲਾ ਜਿਹੜਾ ਸੈਂਟੈਂਸ ਹੁੰਦਾ ਹੈ ਉਹ ਜਾਂ ਤਾਂ ਮਤਲਬ ਉਹ ਡੈਕਲੇਰੇਟਿਵ ਸਟੇਟਮੈਂਟ ਹੁੰਦੀ ਹੈ, ਕਥਨਵਾਚਕ ਜਿਹਨੂੰ ਆਪਾਂ ਕਹਿੰਦੇ ਹਾਂ, ਜਾਂ ਤਾਂ ਅਫਰਮੇਟਿਵ ਹੁੰਦੀ ਹੈ, ਪੋਜ਼ਿਟਿਵ ਹਾਂਵਾਚਕ, ਜਾਂ ਨੈਗੇਟਿਵ ਹੁੰਦੀ ਹੈ। ਤੇ ਜਿਹੜੇ ਪਿੱਛੇ ਆਪਾਂ ਟੈਗ ਲਾਉਂਦੇ ਆ ਉਹ ਉਸਦਾ ਉਲਟ ਲਾਉਂਦੇ ਆ। ਜਿਵੇਂ ਦੇਖੋ ਯੂ ਆਰ ਇਨ ਟਰਬਲ, ਤੂੰ ਦੁਖੀ ਲੱਗ ਰਹੇ ਹੈ, ਇਹ ਹਾਂਵਾਚਕ ਹੋ ਗਿਆ। ਇਹਦੇ ਸਾਡੀ ਮੇਨ ਹੈਲਪਿੰਗ ਵਰਬ ਕਿਹੜੀ ਹੈ, ਆਰ, ਤਾਂ ਆਪਾਂ ਆਰ ਦੇ ਨਾਲ ਨੋਟ ਲਾ ਕੇ ਇਹਨੂੰ ਨੈਗੇਟਿਵ ਟੈਗ ਬਣਾ ਲਿਆ, ਆਰਨ ਯੂ, ਪਿੱਛੇ ਕੁਐਸਚਨ ਮਾਰਕ ਲਾਤਾ। ਤਾਂ ਯਾਦ ਰੱਖਿਆ ਕਰੋ ਜਿਹੜੀਆਂ ਚੀਜ਼ਾਂ ਆਪਾਂ ਗ੍ਰਾਮਰ ਦੀਆਂ ਕਰਦੇ ਹਾਂ ਉਹ ਆਪਾਂ ਨੂੰ ਬਾਰ-ਬਾਰ ਆਪਣੇ ਸਾਹਮਣੇ ਆਉਂਦੀਆਂ ਨੇ। ਤੇ ਜੇਕਰ ਇੱਥੇ ਮੰਨ ਲਓ ਸਾਡੀ ਸਟੇਟਮੈਂਟ ਦੇ ਮੂਹਰਲੇ ਹਿੱਸੇ ਦੇ ਵਿੱਚ ਨੈਗੇਟਿਵ ਸਟੇਟਮੈਂਟ ਹੋਵੇ ਤਾਂ ਆਪਾਂ ਕੁਐਸਚਨ ਟੈਗ ਕਿਹੜਾ ਲਾਣਾ, ਪੋਜ਼ਿਟਿਵ। ਤੇ ਮੈਂ ਸਾਰੀ ਤੁਹਾਨੂੰ ਐਕਸਰਸਾਈਜ਼ ਕਰਵਾਈ ਸੀ। देयर वाज नो आंसर, ਹੁਣ ਇਹ ਉਸ ਨੂੰ ਕੁਐਸਚਨ ਕਰਦਾ ਬੈਨ, ਤਾਂ ਕਹਿੰਦਾ ਕੋਈ ਆਨਸਰ ਨਹੀਂ ਉਹਨੂੰ ਮਿਲਦਾ। ਟੌਮ ਸਰਵੇਡ ਹਿਸ ਲਾਸਟ ਟੱਚ ਵਿਦ ਦੀ ਆਈ ਆਫ ਐਨ ਆਰਟਿਸਟ, gave his brush another gentle sweep and inspected the result as before. ਹੁਣ ਇਹ ਟੀਮ ਸਾਰੀ ਨਾ ਸਕੀਮ ਲਾ ਰਹੇ ਹੈ, ਇਹ ਜਿਹੜੀਆਂ ਗੱਲਾਂ ਕਰ ਰਹੇ ਹੈ ਵੀ ਉਹ ਉਹਦੇ ਵੱਲ ਧਿਆਨ ਨਹੀਂ ਦੇ ਰਿਹਾ, ਉਹਦਾ ਆਨਸਰ ਨਹੀਂ ਦੇ ਰਿਹਾ, ਉਹ ਇੱਕ ਉਹਦੇ ਦਿਮਾਗ 'ਚ ਜੁਗਤ ਹੈ। ਤਾਂ ਹੁਣ ਟੌਮ ਕੀ ਕਰ ਰਿਹਾ ਹੈ, ਇੱਕ ਆਰਟਿਸਟ ਦੀ ਤਰ੍ਹਾਂ, ਵਿਦ ਐਨ ਆਈ ਆਫ ਐਨ ਆਰਟਿਸਟ, ਆਰਟਿਸਟ ਦਾ ਮਤਲਬ ਕਲਾਕਾਰ, ਜਿਵੇਂ ਕੋਈ ਪੇਂਟਰ ਹੁੰਦਾ ਹੈ, ਪ੍ਰੋਫੈਸ਼ਨਲ ਪੇਂਟਰ ਹੋਵੇ, ਤਾਂ ਇੱਕ ਆਰਟਿਸਟ ਦੀ ਤਰ੍ਹਾਂ ਉਹ ਲਾਸਟ ਟੱਚ ਦੇ ਰਹੇ। ਲਾਸਟ ਟੱਚ ਦਾ ਮਤਲਬ ਸਪੋਜ਼ ਕਰੋ ਬੇਟਾ ਤੁਸੀਂ ਕੋਈ ਡਰਾਇੰਗ ਬਣਾਈ ਹੈ ਨਾ, ਡਰਾਇੰਗ ਤੁਸੀਂ ਬਣਾਤੀ, ਤੇ ਹੁਣ ਮੰਨ ਲਓ ਤੁਹਾਨੂੰ ਲੱਗਦਾ ਹੈ ਕਿ ਇੱਥੇ ਮਾੜਾ ਜਿਹਾ ਕਲਰ ਹੋਰ ਕਰ ਦਈਏ, ਫਿੱਕਾ ਜਿਹਾ ਰਹਿ ਗਿਆ, ਇਹਨੂੰ ਆਪਾਂ ਕਹਿੰਦੇ ਹਾਂ ਕਿ ਜਦ ਲਾਸਟ ਟੱਚ ਦੇ, ਤਾਂ ਹੁਣ ਆਪਣਾ ਅਖੀਰਲਾ ਟੱਚ ਦੇ ਰਿਹਾ ਆਪਣੇ ਵਰਕ ਨੂੰ, ਜਿੰਨੀ ਕੋ ਨੇ ਵਾਈਟ ਵਾਸ਼ ਕੀਤੀ ਹੈ ਫੈਂਸ ਨੂੰ। ਗੇਵ ਹਿਸ ਬ੍ਰਸ਼, ਹੁਣ ਉਹ ਆਪਣਾ ਬ੍ਰਸ਼ ਚੱਕਦਾ ਹੈ, ਇੱਕ ਜੈਂਟਲ ਸਵੀਪ ਦੇ ਨਾਲ ਹਲਕਾ ਜਿਹਾ ਸਵੀਪ ਮਾਰਦਾ। ਸਵੀਪ ਦਾ ਮਤਲਬ ਐਵੇਂ ਇੱਧਰ ਉੱਧਰ ਬ੍ਰਸ਼ ਮਾਰਨਾ, ਤਾਂ ਹਲਕਾ ਜਿਹਾ ਸਵੀਪ ਮਾਰਦਾ ਅਤੇ ਫਿਰ ਰਿਜ਼ਲਟ ਨੂੰ ਦੇਖਦਾ ਪਹਿਲਾਂ ਦੀ ਤਰ੍ਹਾਂ। ਫਿਰ ਉਹਨੂੰ ਖੜ ਕੇ ਦੇਖਣ ਲੱਗ ਜਾਂਦਾ ਵੀ ਐ ਸ਼ੋ ਕਰਦਾ ਵੀ ਮੈਂ ਤਾਂ ਬੜਾ ਰੁੱਝਿਆ, ਮੈਨੂੰ ਬੜਾ ਮਜ਼ਾ ਆ ਰਿਹਾ ਹੈ ਕੰਮ ਕਰਨ ਚ। Ben went up and stood by the side of Tom, ਤਾਂ ਬੈਨ ਜਾਂਦਾ
ਅਤੇ ਟੌਮ ਦੇ ਸਾਈਡ ਤੇ ਖੜ ਜਾਂਦਾ ਹੈ। ਬਾਏ ਦਾ ਸਾਈਡ ਆਫ ਬੇਟਾ ਹੁੰਦਾ ਇਕੱਠਾ ਫਰੇਜ਼ ਹੈ, ਬਾਏ ਦਾ ਸਾਈਡ ਆਫ ਕਿਸੇ ਦੇ ਇੱਕ ਪਾਸੇ ਜਾਣਾ, ਬਾਏ ਦਾ ਸਾਈਡ ਆਫ। ਟੌਮਸ ਮਾਊਥ ਵਾਟਰਡ ਫॉर ਦਾ ਐਪਲ। ਹੁਣ ਦੇਖੋ ਟੌਮ ਨੂੰ ਸਵੇਰ ਦਾ ਕੁਝ ਖਾਣ ਨੂੰ ਅਜੇ ਮਿਲਿਆ ਨਹੀਂ, ਤਾਂ ਟੌਮ ਦੇ ਮੂੰਹ 'ਚ ਪਾਣੀ ਆ ਜਾਂਦਾ ਹੈ, ਮਾਊਥ ਵਾਟਰਡ ਫॉर ਦਾ ਐਪਲ, ਸੇਬ ਦੇ ਲਈ। ਐਂਡ ਹੀ ਸਟਕ ਟੂ ਹਿਸ ਵਰਕ, ਬਟ ਹੀ ਸਟਕ ਟੂ ਹਿਸ ਵਰਕ। ਨਾਓ ਸਟਕ ਟੂ ਦਾ ਮਤਲਬ ਹੁੰਦਾ ਹੈ ਕੰਮ 'ਚ ਲੱਗੇ ਰਹਿਣਾ, ਤਾਂ ਉਹ ਆਪਣੇ ਕੰਮ 'ਚ ਲੱਗਿਆ ਰਹਿੰਦਾ, ਕੋਈ ਧਿਆਨ ਨਹੀਂ ਦਿੰਦਾ। ਮਤਲਬ ਜੋ ਉਸਦੀਆਂ ਫੀਲਿੰਗਸ ਨੇ ਉਹਨਾਂ ਨੂੰ ਛੁਪਾ ਰਿਹਾ। ਦੇਖੋ ਕੰਮ ਕਰਨਾ ਉਹਨੂੰ ਚੰਗਾ ਨਹੀਂ ਲੱਗ ਰਿਹਾ। ਆਪਾਂ ਪਹਿਲਾਂ ਪੜ੍ਹ ਚੁੱਕੇ ਇਸ ਤੋਂ ਪਹਿਲਾਂ ਵਾਲੇ ਪੈਰੇ ਦੇ ਵਿੱਚ ਕਿ ਜਦੋਂ ਉਹ ਫੈਂਸ ਨੂੰ ਦੇਖਦਾ ਉਹਦਾ ਸਾਰਾ ਜੋਸ਼ ਛੁੱਟੀ ਵਾਲਾ ਠੰਡਾ ਪੈ ਜਾਂਦਾ ਵੀ ਹਾਏ ਇੰਨੀ ਸਾਰੀ ਵਾਈਟ ਵਾਸ਼ ਕਰਨੀ ਪਊਗੀ, ਮੈਂ ਤਾਂ ਐਂ ਕਰਨਾ ਸੀ, ਮੈਂ ਤਾਂ ਉੱਥੇ ਜਾਣਾ ਸੀ, ਆਪਣੇ ਦੋਸਤਾਂ ਮਿੱਤਰਾਂ ਨਾਲ ਐਂ ਕਰਨਾ ਸੀ। ਲੇਕਿਨ ਉਹਨੂੰ ਸਕੀਮ ਲਾਉਂਦਾ ਕਿ ਜਦੋਂ ਮੇਰੇ ਦੋਸਤ ਮਿੱਤਰ ਆਣਗੇ ਤਾਂ ਮੈਂ ਉਹਨੂੰ ਐਂ ਸ਼ੋਅ ਕਰੂੰਗਾ ਵੀ ਇਹ ਤਾਂ ਕੰਮ ਹੀ ਬਹੁਤ ਵਧੀਆ, ਤੇ ਉਹ ਉਹਨਾਂ ਵੱਲ ਧਿਆਨ ਹੀ ਨਹੀਂ ਦੇ ਰਿਹਾ। ਤਾਂ ਇਸ ਤਰੀਕੇ ਦੇ ਨਾਲ ਉਹ ਕਰ ਰਿਹਾ ਹੈ ਇਸ ਪੈਰੇ ਦੇ ਵਿੱਚ ਜੋ ਸਾਨੂੰ ਦੱਸਿਆ ਗਿਆ। ਤਾਂ ਬੈਨ ਕੀ ਕਹਿੰਦਾ, ਹੈਲੋ ਯੂ ਹੈਵ ਗੋਟ ਟੂ ਵਰਕ, ਹੇ। ਤਾਂ ਬੈਨ ਜਿਵੇਂ ਕੰਮ ਬੋਲਦੇ ਆ, ਜੋ ਦੋ ਦੋਸਤ ਮਿਲਦੇ ਆ ਆਪਸ ਜਿਵੇਂ ਗੱਲਾਂ ਕਰਦੇ ਆ, ਕਹਿੰਦਾ ਹੈਲੋ ਕੰਮ ਲੱਗ ਰਿਹਾ ਤੈਨੂੰ, ਕੰਮ ਕਰ ਰਹੇ ਹੈ, ਇਸ ਤਰ੍ਹਾਂ ਕੁਐਸਚਨ ਉਸਨੂੰ ਕਰ ਰਿਹਾ ਉਹ। ਤਾਂ ਬੇਟਾ ਸਾਨੂੰ ਇੱਥੇ ਇੱਕ ਸਾਡਾ ਇੱਕ ਪੇਜ ਕੰਪਲੀਟ ਹੁੰਦਾ ਹੈ। ਹੁਣ ਆਪਾਂ ਅਗਲਾ ਜਿਹੜਾ ਹੈ ਪੇਜ ਦੇਖਦੇ ਹਾਂ। ਕਹਿੰਦਾ ਟੌਮ ਟਰਨਡ ਰਾਉਂਡ ਸਡਨਲੀ ਐਂਡ ਸੈਡ। ਟੌਮ ਇੱਕਦਮ ਮੁੜਦਾ ਰਾਉਂਡ, ਮਤਲਬ ਘੁੰਮ ਕੇ ਜੇ ਮੁੜਦਾ ਸਡਨਲੀ ਇੱਕਦਮ, ਐਂਡ ਸੈਡ ਅਤੇ ਕਹਿੰਦਾ ਓ ਇਟਸ ਯੂ ਬੈਨ। ਕਹਿੰਦਾ ਬੈਨ ਤੂੰ ਹੈ? ਆਈ ਡਿਡਨਟ ਨੋਟਿਸ। ਕਹਿੰਦਾ ਮੈਂ ਤਾਂ ਨੋਟਿਸ ਨਹੀਂ ਕੀਤਾ। ਆਈ ਡਿਡਨਟ ਨੋਟਿਸ, ਮੈਨੂੰ ਤਾਂ ਪਤਾ ਨਹੀਂ ਲੱਗਿਆ। ਆਪਾਂ ਕਹਿ ਦਿੰਦੇ ਪੰਜਾਬੀ ਚ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਉਹਦੀ ਇੰਗਲਿਸ਼ ਕੀ ਹੁੰਦੀ ਹੈ, ਆਈ ਡਿਡਨਟ ਨੋਟਿਸ। ਤਾਂ ਇਦਾਂ ਦੇ ਜਿਹੜੇ ਸੈਂਟੈਂਸਿਸ ਨੇ ਤੁਸੀਂ ਯਾਦ ਰੱਖਿਆ ਕਰੋ। ਆਈ ਐਮ ਗੋਇੰਗ ਸਵਿਮਿੰਗ ਟੌਮ। ਕਹਿੰਦਾ ਟੌਮ ਮੈਂ ਤਾਂ ਸਵਿਮਿੰਗ ਕਰਨ ਚੱਲਿਆ, ਇਹਦਾ ਤੈਰਨ ਚੱਲੇ, ਛੁੱਟੀ ਅੱਜ, ਤੈਰ ਕੇ ਆਈ ਦੀ, ਤੈਰ ਕੇ ਆਨੇ ਆ। ਤੇ ਬੈਨ ਨੇ ਕਿਹਾ ਡੋਂਟ ਯੂ ਵਿਸ਼ ਯੂ ਵੁੱਡ ਕਮ। ਤੂੰ ਆਣਾ ਚਾਹੇਗਾ, ਡੋਂਟ ਯੂ ਵਿਸ਼ ਯੂ ਵੁੱਡ ਕਮ। ਵੁੱਡ ਕਮ ਮਤਲਬ ਤੂੰ ਆ ਸਕੇਗਾ ਸਾਡੇ ਨਾਲ, ਬਟ ਆਫ ਕੋਰਸ ਯੂ ਪ੍ਰੈਫਰ ਟੂ ਵਰਕ ਡੋਂਟ ਯੂ। ਪਰ ਓਹੋ ਤੂੰ ਤਾਂ ਕੰਮ ਕਰ ਰਹੇ ਹੈ, ਕੀ ਨਹੀਂ ਕਰ ਰਿਹਾ। ਆ ਦੇਖੋ ਫੇਰ ਕੁਐਸਚਨ ਟੈਗ ਆ ਗਿਆ, ਯੂ ਪ੍ਰੈਫਰ ਟੂ ਵਰਕ ਡੋਂਟ ਯੂ। ਤਾਂ ਆਹ ਵਾਲੀ ਸਟੇਟਮੈਂਟ ਸਾਡੀ ਪਹਿਲੀ ਹੈ, ਯੂ ਪ੍ਰੈਫਰ ਟੂ ਵਰਕ, ਇਹ ਪੋਜ਼ਿਟਿਵ ਹੈ। ਹੁਣ ਤੁਸੀਂ ਧਿਆਨ ਨਾਲ ਦੇਖੋ ਬੇਟਾ, ਜਿਹੜੀ ਸਟੇਟਮੈਂਟ ਹੈ ਇਹ ਪ੍ਰੈਜ਼ੈਂਟ ਟੈਂਸ ਚ ਹੈ, ਸਿੰਪਲ ਪ੍ਰੈਜ਼ੈਂਟ ਟੈਂਸ। ਤਾਂ ਤੁਹਾਨੂੰ ਪਤਾ ਹੈ ਸਿੰਪਲ ਪ੍ਰੈਜ਼ੈਂਟ ਟੈਂਸ ਦਾ ਕੁਐਸਚਨ ਕਿਵੇਂ ਬਣਦਾ ਹੈ, ਡੂ ਜਾਂ ਡਜ਼ ਲਗਾ ਕੇ। ਤਾਂ ਯੂ ਦੇ ਨਾਲ ਆਪਾਂ ਡੂ ਲਾਵਾਂਗੇ, ਠੀਕ ਹੈ, ਤਾਂ ਡੋਂਟ ਯੂ ਲੱਗ ਗਿਆ। ਹੁਣ ਦੇਖੋ ਉਹ ਬੈਨ ਰੋਜਰ ਦੇ ਬਾਰੇ ਸਾਨੂੰ ਕੀ ਦੱਸਿਆ ਗਿਆ ਸੀ ਕਿ ਇਹ ਟੌਮ ਨੂੰ ਬੜਾ ਛੇੜਦਾ ਹੈ, ਯਾਨੀ ਕਿ ਉਸ ਦੀ ਬੜੀ ਕਲਾਸ ਲੈਂਦਾ। ਤਾਂ ਉਵੇਂ ਹੀ ਕਹਿ ਰਿਹਾ ਉਹ ਕਿ ਦੇਖ ਮੈਂ ਤਾਂ ਸਵਿਮਿੰਗ ਤੇ ਚੱਲਿਆ, ਉਹ ਤੂੰ ਤਾਂ ਕੰਮ ਕਰ ਰਿਹਾ, ਅੱਛਾ ਮੈਂ ਤਾਂ ਫਿਰ ਚੱਲਿਆ। ਉਹ ਜਿਵੇਂ ਚੜਾ ਕੇ ਕਿਸੇ ਨੂੰ ਕਮੈਂਟਬਾਜ਼ੀ ਕਰੀਦੀ ਹੈ, ਤਾਂ ਉਹ ਕਮੈਂਟ ਕਰ ਰਿਹਾ ਬੈਨ ਰੋਜਰਸ ਟੌਮ। ਤਾਂ ਟੌਮ ਲੁੱਕਡ ਐਟ ਹਿਮ ਫॉर ਅ ਵਾਈਲ। ਤਾਂ ਥੋੜੇ ਸਮੇਂ ਲਈ ਟੌਮ ਉਸ ਵੱਲ ਦੇਖਦਾ ਐਂਡ ਸੈਡ ਤੇ ਕਹਿੰਦਾ ਵਾਟ ਡੂ ਯੂ ਕਾਲ ਵਰਕ। ਹੁਣ ਕੁਐਸਚਨ ਦੇਖੋ ਟੌਮ ਕੀ ਕਹਿੰਦਾ, ਕਹਿੰਦਾ ਤੂੰ ਕੰਮ ਕਿਹਨੂੰ ਕਹਿੰਦਾ, ਵਾਟ ਡੂ ਯੂ ਕਾਲ ਵਰਕ, ਕੰਮ ਕਿਹਨੂੰ ਕਹਿੰਦਾ, ਵਾਈ isn't that work, ਕਿਉਂ ਇਹ ਤੇਰਾ ਕੰਮ ਨਹੀਂ। ਵਾਈ ਦਾ ਮਤਲਬ ਕਿਉਂ, isn't that work ਇਹ ਤੇਰਾ ਕੰਮ ਨਹੀਂ ਜਿਹੜਾ ਤੂੰ ਕਰ ਰਹੇ ਹੈ, ਇਹ ਬੈਨ ਰੋਜਰ ਕਹਿ ਰਿਹਾ। ਤਾਂ ਟੌਮ resumed his whitewashing and answered carelessly। ਤਾਂ ਟੌਮ ਆਪਣੀ ਵਾਈਟ ਵਾਸ਼ ਕਰਦਾ ਰਹਿੰਦਾ, resume ਦਾ ਮਤਲਬ ਜਾਰੀ ਰੱਖਦਾ, ਅਤੇ ਫਿਰ ਉਹ ਬਿਨਾਂ ਪਰਵਾਹ ਕੀਤੇ carelessly ਆਨਸਰ ਦਿੰਦਾ, well perhaps it is, ਕਹਿੰਦਾ ਸ਼ਾਇਦ, ਹਾਂ ਸ਼ਾਇਦ ਇਹ ਕੰਮ ਹੈ, perhaps ਦਾ ਮਤਲਬ ਸ਼ਾਇਦ, and perhaps it isn't, ਅਤੇ ਸ਼ਾਇਦ ਇਹ ਕੰਮ ਨਹੀਂ ਹੈ। ਦੇਖੋ ਕੀ ਕਹਿ ਰਿਹਾ ਉਹ, perhaps it is, perhaps it isn't। ਇਹ ਸਾਡਾ ਨੈਗੇਟਿਵ ਹੈ, ਇਹ ਸਾਡਾ ਪੋਜ਼ਿਟਿਵ ਹੈ। ਤਾਂ ਦੋਨੇ ਗੱਲਾਂ ਕਹਿ ਰਹੇ ਆ ਕਿ ਸ਼ਾਇਦ ਇਹ ਕੰਮ ਹੈ, ਸ਼ਾਇਦ ਇਹ ਕੰਮ ਨਹੀਂ ਹੈ। ਬਟ ਇਟ ਸੂਟਸ ਟੌਮ ਸਾਇਰ, ਕਹਿੰਦੇ ਪਰ ਇਹ ਟੌਮ ਸਾਇਰ ਨੂੰ ਪਸੰਦ ਹੈ। ਇਟ ਸੂਟਸ ਟੌਮ ਸਾਇਰ। ਇਟਸ ਜਦੋਂ ਕੋਈ ਚੀਜ਼ ਆਪਾਂ ਨੂੰ ਪਸੰਦ ਹੋਵੇ ਆਪਾਂ ਕਹਿੰਦੇ ਆ ਇਟਸ। ਜੇ ਮੰਨ ਲਓ ਸਾਡੇ ਇੱਕ ਸਟੂਡੈਂਟ ਹੈ, ਉਸ ਨੂੰ ਮੰਨ ਲਓ ਮਨਪ੍ਰੀਤ ਨੂੰ ਕੋਈ ਕੰਮ ਪਸੰਦ ਹੋਵੇ ਤਾਂ ਉਹ ਕਹੂਗੀ ਇਟ ਸੂਟਸ ਮਨਪ੍ਰੀਤ ਕੌਰ। ਇਹਦਾ ਮਤਲਬ ਹੈ ਕਿ ਮਨਪ੍ਰੀਤ ਨੂੰ ਇਹ ਚੀਜ਼ ਪਸੰਦ ਹੈ। ਡੂ ਯੂ ਮੀਨ ਟੂ ਸੇ, ਕਹਿੰਦੇ ਤੇਰੇ ਕਹਿਣ ਦਾ ਮਤਲਬ ਟੌਮ that you like it, ਕਿ ਤੂੰ ਇਹਨੂੰ ਪਸੰਦ ਕਰਦਾ। ਉਹ ਹੁਣ ਬੈਨ ਰੋਜਰ ਪੁੱਛ ਰਿਹਾ। The brush continued to move। ਤਾਂ ਜਿਹੜਾ ਬ੍ਰਸ਼ ਹੈ ਪੇਂਟ ਵਾਲਾ ਉਹ ਮੂਵ ਕਰ ਰਿਹਾ, ਮਤਲਬ ਉਹ ਚੱਲੀ ਜਾ ਰਿਹਾ ਟੌਮ ਦਾ। Like it, ਇਸ ਤਰ੍ਹਾਂ said Tom, ਟੌਮ ਨੇ ਕਿਹਾ। Well I don't see why I should not like it। ਕਹਿੰਦੇ ਮੈਨੂੰ ਨਹੀਂ ਲੱਗਦਾ ਕਿ ਮੈਂ ਇਸ ਨੂੰ ਪਸੰਦ ਕਿਉਂ ਨਾ ਕਰਾਂ। I don't see, ਮੈਨੂੰ ਨਹੀਂ ਲੱਗਦਾ, why I should not like it, ਮੈਂ ਇਸ ਨੂੰ ਪਸੰਦ ਕਿਉਂ ਨਾ ਕਰਾਂ। Does a boy get a chance to whitewash a fence every day?
ਕਹਿੰਦੇ ਕਿ ਕਿਸੇ ਲੜਕੇ ਨੂੰ ਚਾਂਸ ਮਿਲਦਾ ਹੈ, ਗੈਟ ਅ ਚਾਂਸ ਦਾ ਮਤਲਬ ਮੌਕਾ ਮਿਲਦਾ ਹੈ ਕਲੀ ਕਰਨ ਦਾ ਇੱਕ ਦੀਵਾਰ ਨੂੰ ਐਵਰੀਡੇ ਰੋਜ਼, ਤਾਂ ਰੋਜ਼ ਕਿਸੇ ਨੂੰ ਮੌਕਾ ਮਿਲਦਾ ਹੈ ਵਾਈਟ ਵਾਸ਼ ਕਰਨ ਦਾ। ਦੇਖੋ ਮੈਨੂੰ ਮਿਲਿਆ, ਮੈਨੂੰ ਕਿੰਨਾ ਸੋਹਣਾ ਕੰਮ ਮਿਲਿਆ, ਤਾਂ ਮਤਲਬ ਉਹ ਜਚਾ ਰਿਹਾ ਹੈ ਵੀ ਜਿਹੜਾ ਮੈਂ ਕੰਮ ਕਰ ਰਿਹਾ ਤਾਂ ਕੰਮ ਹੀ ਬਹੁਤ ਵਧੀਆ। ਇਸ ਤਰੀਕੇ ਦੇ ਨਾਲ ਉਹ ਬੈਨ ਨੂੰ ਚੜਾ ਰਿਹਾ ਹੈ, ਮਤਲਬ ਕਿ ਬੈਨ ਉਹਨੂੰ ਚੜਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤਾਂ ਟੌਮ ਸਾਇਰ ਆਪਣੀਆਂ ਗੱਲਾਂ ਦੇ ਵਿੱਚ ਬੈਨ ਨੂੰ ਚੜਾ ਰਿਹਾ। that put the thing in a new light, ਤਾਂ ਹੁਣ ਉਹ ਇਹ ਜਿਹੜੀ ਗੱਲ ਉਸਨੇ ਕਹੀ ਇਹਦੇ ਨਾਲ ਉਹਦੀ ਗੱਲ ਬਣ ਗਈ in a new light। that ਕਿ ਆ ਜਿਹੜਾ ਉਸਨੇ ਕੰਮ ਕਰਿਆ, that ਦਾ ਮਤਲਬ ਜੋ ਉਸਨੇ ਆ ਗੱਲਾਂ ਕਹੀਆਂ, put the thing ਜਿਹੜੀ ਗੱਲ ਸੀ in a new light, ਹੁਣ ਉਹ ਚੇਂਜ ਹੋ ਗਈ, ਮਤਲਬ ਕਿ ਗੱਲ ਬਣ ਗਈ ਜੋ ਟੌਮ ਸਾਇਰ ਕਰਨੀ ਚਾਹੁੰਦਾ ਸੀ। ਬੈਨ ਸਟਾਪ ਰੀਡਿੰਗ ਹਿਜ਼ ਐਪਲ, ਤਾਂ ਜਦੋਂ ਬੈਨ ਨੇ ਸਾਰੀਆਂ ਗੱਲਾਂ ਸੁਣੀਆਂ ਕਿ ਯਾਰ ਇਹ ਤਾਂ ਵਾਈਟ ਵਾਸ਼ ਕਰ ਰਿਹਾ, ਵਾਕਈ ਕੰਮ ਵਧੀਆ ਲੱਗਦਾ ਇਹ, ਤਾਂ ਬੈਨ ਨੇ ਐਪਲ ਖਾਣਾ ਬੰਦ ਕਰਤਾ। ਟੌਮ ਸਵੈਪਟ ਹਿਜ਼ ਬ੍ਰਸ਼ ਬੈਕ ਐਂਡ ਫੋਰਥ, ਤਾਂ ਟੌਮ ਨੇ ਆਪਣਾ ਜਿਹੜਾ ਬ੍ਰਸ਼ ਹੈ ਬੈਕ ਐਂਡ ਫੋਰਥ ਅੱਗੇ ਪਿੱਛੇ ਮੂਵ ਕੀਤਾ ਬ੍ਰਸ਼ ਨੂੰ, ਜਿਵੇਂ ਆਪਾਂ ਕਲੀ ਕਰਦੇ ਹਾਂ ਅੱਗੇ ਪਿੱਛੇ ਕਰਦੇ ਹਾਂ। ਸੌਫਟਲੀ ਪਿਆਰ ਨਾਲ, ਲਾਈਕ ਐਨ ਆਰਟਿਸਟ, ਜਿਵੇਂ ਇੱਕ ਆਰਟਿਸਟ ਕਰਦਾ, ਮਤਲਬ ਕਾਲੀ ਨਹੀਂ ਕਰ ਰਿਹਾ, ਉਹ ਬੜੇ ਪਿਆਰ ਨਾਲ ਕਰਕੇ ਦਿਖਾ ਰਿਹਾ ਹੈ ਉਸਨੂੰ, ਲਾਈਕ ਐਨ ਆਰਟਿਸਟ, ਇੱਕ ਕਲਾਕਾਰ ਦੇ ਤਰ੍ਹਾਂ। then he stepped back to note the effect, ਅਤੇ ਫਿਰ ਉਹ ਥੋੜਾ ਜਿਹਾ ਪਿੱਛੇ ਹਟ ਗਿਆ ਕਰਕੇ ਨਾ ਮਾੜਾ ਜਿਹਾ ਬ੍ਰਸ਼, ਫਿਰ ਮਾੜਾ ਜਿਹਾ ਪਿੱਛੇ ਹਟ ਜਾਂਦਾ ਹੈ, ਸਟੈਪ ਬੈਕ, ਤੇ ਦੇਖਾਂ ਵੀ ਕੀ ਬਣਿਆ, ਟੂ ਨੋਟ ਦਾ ਇਫੈਕਟ, ਕਿ ਕਿੱਦਾਂ ਦਾ ਇਫੈਕਟ ਹੋਇਆ, ਕਿੱਦਾਂ ਦੀ ਕਲੀ ਹੋ ਗਈ ਐਵੇਂ। he added a touch here and there, ਕਦੇ ਫਿਰ ਮਾੜਾ ਜਿਹਾ ਬ੍ਰਸ਼ ਇੱਧਰ ਲਾਉਂਦਾ ਹੈ, ਕਦੇ ਉੱਧਰ ਲਾਉਂਦਾ ਹੈ, here and there ਦਾ ਮਤਲਬ ਇੱਧਰ ਉੱਧਰ, ਉਹ ਬ੍ਰਸ਼ ਦਾ ਟੱਚ ਕਰਦਾ ਹੈ, ਕਦੇ ਥੋੜੀ ਜਿਹੀ ਕਲੀ ਲਾ ਕੇ ਕਦੇ ਇੱਧਰ ਲਾਉਂਦਾ ਹੈ, ਕਦੇ ਉੱਧਰ ਲਾਉਂਦਾ ਹੈ। and criticize the effect again, ਅਤੇ ਫਿਰ ਪਿੱਛੇ ਹਟ ਕੇ ਦੇਖਦਾ ਹੈ ਵੀ ਯਾਰ ਐਂ ਕਰਾਂ, ਮਤਲਬ ਪੂਰੀ ਕੋਸ਼ਿਸ਼ ਕਰ ਰਿਹਾ ਹੈ ਕਿ ਵੀ ਇਹ ਤਾਂ ਕੰਮ ਹੀ ਬਹੁਤ ਵਧੀਆ, ਉਸਨੂੰ ਬੈਨ ਨੂੰ ਇਹ ਕੰਮ ਕਰਕੇ ਦਿਖਾ ਰਿਹਾ। ਕ੍ਰਿਟੀਸਾਈਜ਼ ਦਾ ਮਤਲਬ ਹੁੰਦਾ ਹੈ ਜਦ ਆਪਾਂ ਆਪਣੇ ਕੰਮ ਦਾ ਨੂੰ ਘੋਖ ਪੜਤਾਲ ਕਰਦੇ। ਤਾਂ ਬੈਨ ਵਾਚਡ ਐਵਰੀ ਮੂਵਮੈਂਟ, ਹੁਣ ਬੈਨ ਨੂੰ ਉਸਦੀ ਹਰ ਇੱਕ ਜਿਹੜੀ ਹਰਕਤਾਂ ਨੂੰ ਦੇਖ ਰਿਹਾ, ਐਵਰੀ ਮੂਵਮੈਂਟ, ਮੂਵਮੈਂਟ ਦਾ ਮਤਲਬ ਹਰਕਤ, ਐਂਡ ਗੈਟ ਮੋਰ ਐਂਡ ਮੋਰ ਇੰਟਰਸਟਿਡ, ਅਤੇ ਹੋਰ ਜ਼ਿਆਦਾ ਉਹਦਾ ਇੰਟਰਸਟ ਬਣੀ ਜਾਂਦਾ ਵੀ ਹੈ ਯਾਰ ਇਹ ਤਾਂ ਕੰਮ ਵਧੀਆ ਲੱਗਦਾ, ਜਿਹੜਾ ਇਹ ਬੜੇ ਧਿਆਨ ਨਾਲ ਕਰ ਰਿਹਾ ਹੈ ਤਾਂ ਕੰਮ ਬਹੁਤ ਵਧੀਆ, ਮੈਂ ਤਾਂ ਆਪ ਨਹੀਂ ਕਦੇ ਫੈਂਸ ਨੂੰ ਕਦੇ ਵਾਈਟ ਵਾਸ਼ ਕਰਕੇ ਦੇਖਿਆ। ਪ੍ਰੈਜ਼ੈਂਟਲੀ ਹੀ ਸੈਡ, ਫਿਰ ਉਹ ਕਹਿੰਦਾ ਟੌਮ ਲੈਟ ਮੀ ਵਾਈਟ ਵਾਸ਼ ਆ ਲਿਟਲ, ਤਾਂ ਉਹ ਗੱਲ ਜੋ ਟੌਮ ਕਹਾਣੀ ਚਾਹੁੰਦਾ ਹੈ ਬੈਨ ਤੋਂ, ਬੈਨ ਕਹਿ ਹੀ ਦਿੰਦਾ ਹੈ, ਕਹਿੰਦਾ ਟੌਮ ਲੈਟ ਮੀ, ਮੈਨੂੰ ਇਜਾਜ਼ਤ ਦੇ ਵਾਈਟ ਵਾਸ਼ ਕਰਨ ਦੀ, ਆ ਲਿਟਲ ਦਾ ਮਤਲਬ ਥੋੜੀ ਜੀ, ਯਾਦ ਕਰੋ ਲਿਟਲ, ਆ ਲਿਟਲ ਮੈਂ ਦੱਸਿਆ ਇਸ ਤੁਹਾਨੂੰ, ਆ ਲਿਟਲ ਪੋਜ਼ਿਟਿਵ ਸੈਂਸ ਚ ਕਿ ਮੈਨੂੰ ਥੋੜੀ ਜੀ ਵਾਈਟ ਵਾਸ਼ ਕਰਨ ਦੇ। ਤਾਂ ਟੌਮ ਕੰਸੀਡਰਡ and was about to consent but he changed his mind। ਹੁਣ ਦੇਖੋ ਟੌਮ ਕਿੱਡਾ ਤੇਜ਼ ਹੈ, ਤਾਂ ਟੌਮ ਇਹ ਮਤਲਬ ਸੋਚ ਹੀ ਰਿਹਾ ਸੀ ਕਿ ਕੰਸੀਡਰਡ, ਉਹਨੇ ਸੁਣੀ ਗੱਲ ਤਾਂ ਸੋਚ ਹੀ ਰਿਹਾ ਸੀ ਕਿ ਮੈਨੂੰ ਇਹ ਗੱਲ ਕਹੇ, ਅਤੇ ਉਹ ਆਪਣੀ ਕੰਸੈਂਟ ਦੇਣ ਵਾਲਾ ਹੀ ਸੀ, was about to consent। ਨਾ ਕੰਸੈਂਟ ਦਾ ਮਤਲਬ ਹਾਮੀ ਭਰਨਾ, ਕਿ ਉਹ ਹਾਮੀ ਭਰਨ ਵਾਲਾ ਸੀ, ਮਤਲਬ ਕਿ ਠੀਕ ਹੈ ਚੱਲ ਤੂੰ ਕਰ, ਹੈ ਇਸ ਗੱਲ ਦੀ ਹਾਮੀ ਭਰਨ ਵਾਲਾ ਹੀ ਸੀ, ਬਟ ਹੀ ਚੇਂਜਡ ਹਿਜ਼ ਮਾਈਂਡ, ਪਰ ਉਹਨੇ ਮਾਈਂਡ ਬਦਲ ਲਿਆ, ਇਹਨੂੰ ਥੋੜਾ ਜਿਹਾ ਹੋਰ ਤਰਸਾਂ। no you see, ਤੂੰ ਦੇਖ ਜਰਾ, ਆਂਟ ਪੋਲੀ is very particular about this funds, ਆ ਗਈ ਜੀ ਆਂਟ ਪੋਲੀ, ਮੈਨੂੰ ਦੱਸਿਆ ਸੀ ਆਂਟ ਪੋਲੀ ਉਹਦੀ ਜਿਹਦੇ ਨਾਲ ਰਹਿੰਦਾ, ਕਹਿੰਦੇ ਜਿਹੜੀ ਆਂਟ ਪੋਲੀ ਮੇਰੀ ਮਾਸੀ ਪੋਲੀ ਹੈ, ਮਾਸੀ ਕਹਿ ਲੋ ਚਾਚੀ ਕਹਿ ਲੋ, ਕਹਿੰਦੇ ਇਸ ਜਿਹੜੀ ਦੀਵਾਰ ਹੈ ਇਸ ਦੇ ਬਾਰੇ ਬੜੀ ਪਾਰਟਿਕੂਲਰ ਹੈ, ਮਤਲਬ ਉਹ ਬੜੀ ਧਿਆਨ ਰੱਖਦੀ ਹੈ ਦੀਵਾਰ ਦਾ। ਇਟ ਮਸਟ ਬੀ ਡਨ ਵੈਰੀ ਕੇਅਰਫੁਲੀ, ਕਹਿੰਦੇ ਬਹੁਤ ਹੀ ਧਿਆਨ ਨਾਲ ਇਹ ਕੰਮ ਕਰਨਾ ਪਊਗਾ, ਮਸਟ ਬੀ ਕਰਨਾ ਪਊਗਾ। ਆਈ ਡੋਂਟ ਸਪੋਜ਼ ਦੇयर ਇਜ਼ ਵਨ ਬॉय ਇਨ 1000 who can do it the right way, ਕਹਿੰਦੇ ਮੈਨੂੰ ਨਹੀਂ ਲੱਗਦਾ ਵੀ ਹਜ਼ਾਰਾਂ ਚੋਂ ਇੱਕ ਮੁੰਡਾ ਜਿਹੜਾ ਹੋਊਗਾ ਜਿਹੜਾ ਕਿ ਇਹ ਤਰੀਕੇ ਨਾਲ, ਰਾਈਟ ਵੇ, ਸਹੀ ਢੰਗ ਨਾਲ ਇਹ ਕੰਮ ਕਰ ਸਕੇ, ਹਜ਼ਾਰਾਂ ਚੋਂ ਇੱਕ ਹੋ, ਯਾਨੀ ਕਿ ਉਹ ਆਪਣੇ ਆਪ ਨੂੰ ਹਜ਼ਾਰਾਂ ਚੋਂ ਇੱਕ ਮੰਨ ਰਿਹਾ ਹੈ ਕਿ ਆਂਟ ਪੋਲੀ ਨੂੰ ਇਹ ਫੈਂਸ ਬੜੀ ਪਸੰਦ ਹੈ, ਇਹਦੀ ਵਾਈਟ ਵਾਸ਼ਿੰਗ ਦਾ ਬੜਾ ਧਿਆਨ ਰੱਖਦੀ ਹੈ, ਹਜ਼ਾਰਾਂ ਚੋਂ ਇੱਕ ਬੰਦਾ ਹੋਊਗਾ, ਇੱਕ ਮੁੰਡਾ ਹੋਊਗਾ ਜਿਹੜਾ ਇਹ ਕੰਮ ਕਰ ਸਕਦਾ, ਯਾਨੀ ਕਿ ਉਹ ਆਪਣੇ ਆਪ ਨੂੰ ਸ਼ੋਅ ਕਰ ਰਿਹਾ ਵੀ ਮੈਂ ਕਰ। is that so, ਕੀ ਐਵੇਂ ਹੈ, ਆਪਾਂ ਪੰਜਾਬੀ ਚ ਕਹਿੰਦੇ ਅੱਛਾ ਐਵੇਂ, ਉਹਦੀ ਇੰਗਲਿਸ਼ ਕੀ ਹੁੰਦੀ ਹੈ is that so, let me just try only just a little, ਕਹਿੰਦੇ ਮੈਨੂੰ ਫਿਰ ਐਂ ਕਰ ਇੱਕ ਵਾਰੀ ਥੋੜਾ ਜਿਹਾ, ਆ ਲਿਟਲ ਫਿਰ ਕਹਿ ਰਿਹਾ ਕਿ ਥੋੜਾ ਜਿਹਾ ਮੈਨੂੰ ਟਰਾਈ ਕਰਨ, ਜਸਟ ਥੋੜਾ ਜਿਹਾ। I would let you if you were me Tom, ਕਹਿੰਦੇ ਜੇਕਰ ਮੈਂ ਤੇਰੀ ਜਗ੍ਹਾ ਹੁੰਦਾ ਤਾਂ ਮੈਂ ਤੈਨੂੰ ਕਰਨ ਦਿੰਦਾ। I would let you, let ਦਾ ਮਤਲਬ ਇਜਾਜ਼ਤ ਦੇਣਾ, I would let you, ਮੈਂ ਤੈਨੂੰ ਇਜਾਜ਼ਤ ਦੇ ਦਿੰਦਾ, if you were me, ਜੇਕਰ ਤੂੰ ਮੇਰੀ ਥਾਂ ਤੇ ਹੁੰਦਾ ਟੌਮ। ਤਾਂ ਇਸ ਤਰੀਕੇ ਦੇ ਨਾਲ ਉਹ ਕਹਿ ਰਿਹਾ। Ben I would like to honestly, ਤਾਂ Ben ਮੈਂ honestly ਮਤਲਬ ਕਿ ਮੈਂ कहना है कि हाँ honestly मतलब ईमानदारी ना कहना है कि मैं तेनू दे दिंदा है काम करना, but Aunt Polly would not like it, पर मेरी चाची पोली इसनू पसंद नहीं करूगी। Jim wanted to do it,
and she would not let him। ਹੁਣ ਜਿਮ ਵੀ ਕੋਈ ਇਹਨਾਂ ਦੇ ਪਰਿਵਾਰ ਚ ਹੋਣਾ ਤਾਂ ਜਿਮ ਕਹਿੰਦੇ ਇਹ ਕੰਮ ਕਰਨਾ ਚਾਹੁੰਦਾ ਸੀ। ਇੱਥੇ ਜਿਮ ਇੱਕ ਨਵਾਂ ਕਰੈਕਟਰ ਆ ਗਿਆ, ਪਰ ਮੇਰੀ ਮਾਸੀ ਨੇ ਉਸਨੂੰ ਇਜਾਜ਼ਤ ਨਹੀਂ ਦਿੱਤੀ। ਸਿੱਧ ਵਾਂਟਡ ਟੂ ਡੂ ਇਟ। ਹੁਣ ਸਿੱਧ ਤਾਂ ਤੁਹਾਨੂੰ ਮੈਂ ਦੱਸ ਹੀ ਦਿੱਤਾ ਬੇਟਾ ਦਾ ਬ੍ਰਦਰ ਹੈ, ਤਾਂ ਸਿੱਧ ਵੀ ਇਹ ਕੰਮ ਕਰਨਾ ਚਾਹੁੰਦਾ ਸੀ ਐਂਡ ਸ਼ੀ ਵੁਡ ਨਾਟ ਲੈਟ ਸਿੱਧ, ਪਰ ਉਸਨੇ ਸਿੱਧ ਨੂੰ ਵੀ ਇਜਾਜ਼ਤ ਨਹੀਂ ਦਿੱਤੀ। ਯੂ ਸੀ ਦਿਸ ਇਜ਼ ਦਾ ਫਰੰਟ ਫੈਂਸ ਐਂਡ ਆਂਟ ਪੋਲੀ ਇਜ਼ ਵੈਰੀ ਪਾਰਟਿਕੂਲਰ ਅਬਾਊਟ। ਕਹਿੰਦੇ ਤੂੰ ਦੇਖ ਵੀ ਜਿਹੜੀ ਇਹ ਸਾਡੀ ਫਰੰਟ ਫੈਂਸ ਹੈ, ਘਰ ਦੇ ਸਾਹਮਣੇ ਹੈ, ਹਰ ਕੋਈ ਬੰਦਾ ਇੱਥੋਂ ਲੰਘਦਾ, ਮਹਿਮਾਨ ਆਂਦਾ, ਇਹ ਤਾਂ ਬਹੁਤ ਵਧੀਆ ਹੋਣੀ ਚਾਹੀਦੀ ਹੈ। ਤੇ ਆਂਟ ਪੋਲੀ ਇਹਦੇ ਬਾਰੇ ਬੜੀ ਚਿੰਤਾ ਰਹਿੰਦੀ ਹੈ ਇਹਨੂੰ। ਨਾਓ ਡੋਂਟ, ਬਸ ਬੇਟਾ ਇੱਕ ਦੀ ਲਾਈਨ ਆ ਕਰ ਲੈਂਦੇ ਆਪਾਂ। ਨਾਓ ਡੋਂਟ ਯੂ ਸੀ ਹਾਊ ਆਈ ਐਮ ਕੌਟ। ਕਹਿੰਦੇ ਤੂੰ ਦੇਖ ਨਹੀਂ ਸਕਦਾ ਮੈਂ ਕਿਵੇਂ ਕੰਮ ਕਰ ਰਹੇ ਹਾਂ। ਇਫ ਯੂ were to try white washing this fence and anything went wrong, ਕਿ ਜੇਕਰ ਤੂੰ ਵਾਈਟ ਵਾਸ਼ ਕਰਨ ਲੱਗਿਆ, ਟਰਾਈ ਕਰਨ ਲੱਗਿਆ ਤੇ ਜੇ ਮਤਲਬ ਵਾਈਟ ਵਾਸ਼ ਤੂੰ ਕਰਨ ਲੱਗਿਆ ਤੇ ਕੋਈ ਚੀਜ਼ ਗਲਤ ਹੋ ਗਈ ਫੇਰ, and anything went wrong, wrong ਦਾ ਮਤਲਬ ਗਲਤ ਹੋ ਗਈ ਫੇਰ। oh Tom I will be very careful। ਕਹਿੰਦੇ ਟੌਮ ਮੈਂ ਬੜੇ ਧਿਆਨ ਨਾਲ ਕਰੂੰਗਾ। now let me try, ਕਿਰਪਾ ਕਰਕੇ ਮੈਨੂੰ ਟਰਾਈ ਕਰਨ ਦੇ। I will give you half my apple। ਕਹਿੰਦੇ ਮੈਂ ਤੈਨੂੰ ਆਪਣਾ ਅੱਧਾ ਐਪਲ ਦਊਂ ਜਿਹੜਾ ਮੈਂ ਖਾ ਰਿਹਾ। ਟੌਮ ਜਿਹੜੀ ਗੱਲ ਵੱਲ ਉਹਨੂੰ ਲੈ ਕੇ ਆਉਣਾ ਚਾਹੁੰਦਾ ਉਹ ਗੱਲ ਪੂਰੀ ਹੁੰਦੀ ਨਜ਼ਰ ਆ ਰਹੀ ਹੈ ਹੁਣ ਆਪਾਂ। well no Ben I can't let you, ਫਿਰ I am afraid। ਕਹਿੰਦਾ ਬੈਨ ਮੈਂ ਤੈਨੂੰ ਨਹੀਂ ਇਜਾਜ਼ਤ ਦੇ ਸਕਦਾ। I can't let you, ਮੈਨੂੰ ਡਰ ਹੈ। I am afraid, afraid ਦਾ ਮਤਲਬ ਡਰ। ਤਾਂ ਉਹ ਕੀ ਕਹਿੰਦਾ I will give all of it। ਕਹਿੰਦਾ ਮੈਂ ਤੈਨੂੰ ਸਾਰਾ ਦੇ ਦੂੰ ਐਪਲ। I will give all of it, ਮੈਂ ਤੈਨੂੰ ਸਾਰਾ ਐਪਲ ਦੇ। ਤਾਂ ਜੀ ਇਸ ਤਰੀਕੇ ਦੇ ਨਾਲ ਇਹ ਸਾਡੀ ਸਟੋਰੀ ਚੱਲਦੀ ਹੈ। we have completed half of our story ਤੇ ਕੱਲ ਨੂੰ ਆਪਾਂ ਜੀ ਇਸ ਦੀ ਜਿਹੜੀ ਹੈ ਪੂਰੀ ਕਰਕੇ ਦੇਖਾਂਗੇ। ਇੱਕ ਵਾਰੀ ਮੈਂ ਤੁਹਾਨੂੰ ਸਾਰਿਆਂ ਨੂੰ ਅਨਮਿਊਟ ਕਰ ਦਾਂ। ਹਾਂਜੀ ਦੱਸੋ ਜੀ ਕਿਵੇਂ ਲੱਗੀ? ਵਧੀਆ ਲੱਗੀ ਜੀ। ਵਧੀਆ ਸੀ। ਦਮਨ, ਪ੍ਰਭਜੋਤ, ਹਾਂਜੀ ਰਣਜੋਤ, ਸਮਰਜੀਤ ਸਾਰੇ ਦੱਸੋ ਜੀ ਕਿਸ ਤਰ੍ਹਾਂ ਲੱਗੀ? ਹਾਂ ਤੇ ਬੇਟਾ ਆਪਣੀ ਨਾ ਇੰਗਲਿਸ਼ ਇਲੈਕਟਿਵ ਦੇ ਵਿੱਚ ਸਾਰੀ ਜਿਹੜੇ ਚੈਪਟਰਸ ਨੇ ਜਾਂ ਸਟੋਰੀਜ਼ ਨੇ ਬੜੇ ਵਧੀਆ ਨੇ, ਤੇ ਜੇ ਤੁਸੀਂ ਮਨ ਨਾਲ ਪੜ੍ਹੋਗੇ ਮੇਰੇ ਕੋਲੋਂ ਤੁਹਾਨੂੰ ਸਮਝ ਵੀ ਆਊਗਾ ਤੇ ਤੁਹਾਨੂੰ ਅੱਛਾ ਵੀ ਲੱਗੂਗਾ। ਤੇ ਤੁਸੀਂ ਬੇਟਾ ਅੱਜ ਘਰ ਜਾ ਕੇ, ਵੈਸਾ ਘਰ ਹੀ ਬੈਠੇ ਹੋ ਤੇ ਤੁਸੀਂ ਘਰ ਰਹਿ ਕੇ ਆਪਣੀ ਜਿਹੜੀ ਇਸ ਦਾ ਜਿਹੜੀ ਗਲੋਸਰੀ ਬਣਾ ਲੈਣੀ ਹੈ। ਤੇ ਨੀਚੇ ਨਾ ਬੇਟਾ ਕਾਫੀ ਨੀਚੇ ਜਾ ਕੇ ਇਹ ਤੁਹਾਨੂੰ ਮੈਂ ਨਾ ਇਹਦੀ ਸਾਰੀ ਜਿਹੜੀ ਬੇਟਾ ਇਹਦੀ PDF ਭੇਜੀ ਹੋਈ ਹੈ। ਮੈਨੂੰ ਪਤਾ ਹੈ ਕਿ ਬੁੱਕਸ ਅਜੇ ਤੁਹਾਨੂੰ ਨਹੀਂ ਮਿਲੀਆਂ, ਲੇਕਿਨ ਇਸ ਦੀ PDF ਮੈਂ ਤੁਹਾਨੂੰ ਭੇਜੀ ਹੋਈ ਹੈ। ਜੇ ਤੁਹਾਡਾ 90 ਚੱਕਰ ਲੱਗਦਾ ਹੈ, ਠੀਕ ਹੈ, ਮਾਰਕੀਟ 'ਚ ਚੱਕਰ ਲੱਗਦਾ ਹੈ, ਤਾਂ ਤੁਸੀਂ ਇਸ ਦੀਆਂ ਬੁੱਕਸ ਲੈ ਵੀ ਸਕਦੇ ਹੋ। ਕੋਈ ਬਹੁਤੀ ਜ਼ਿਆਦੀਆਂ ਬੁੱਕਸ ਮਹਿੰਗੀਆਂ ਨਹੀਂ ਹੈਗੀਆਂ ਇਹਦੀਆਂ, ਤਾਂ ਤੁਸੀਂ ਉਹ ਬੁੱਕਸ ਪਰਚੇਜ਼ ਕਰ ਸਕਦੇ ਹੋ। ਅਦਰਵਾਈਜ਼ ਤਾਂ ਵੈਸੇ ਬੇਟਾ ਮੈਂ ਤੁਹਾਨੂੰ PDF ਭੇਜੀ ਹੋਈ ਹੈ, ਤਾਂ ਤੁਸੀਂ ਆਪਣੇ ਮੋਬਾਈਲ ਤੇ PDF ਖੋਲੋ ਤੇ ਆਪਣੀ ਇਸ ਦੀ ਰੀਡਿੰਗ ਕਰ ਲਓ ਤੁਸੀਂ। ਤਾਂ ਬੇਟਾ ਜਿਹੜੀ ਆ ਮੈਂ ਤੁਹਾਨੂੰ ਦੱਸਿਆ ਨਾ ਕਿ ਐਂਡ 'ਚ ਜਾ ਕੇ ਇਹਦੀ ਗਲੋਸਰੀ ਵਗੈਰਾ ਤੇ ਕੁਐਸਚਨਸ ਵਗੈਰਾ ਆਉਂਦੇ ਨੇ, ਉਹ ਆਪਾਂ ਦੇਖ ਲੈਂਦੇ ਹਾਂ। ਦੇਖੋ ਗਲੀਵਰ ਵਾਲੇ ਆਪਾਂ ਕਰੇ ਸੀ, ਇਹਦੇ ਨੀਚੇ ਵਾਲੇ ਪੇਜ ਤੇ ਆਉਂਦੇ ਨੇ। ਆ ਹੈ ਜੀ ਟੌਮ ਵਾਈਟ ਵਾਸ਼ ਆ ਫੈਂਸ। ਤਾਂ ਜੇ ਤੁਸੀਂ ਇਹ ਦੇਖੋ ਤਾਂ ਜਿਹੜੇ ਦੇਖੋ ਆਪਾਂ ਨੇ ਅੱਜ ਕਰੇ ਸੀਗੇ ਉਹ ਸਾਰੇ ਐ, ਜਿਵੇਂ ਸੈਟਰਡੇ, ਫ੍ਰੈਗਰੈਂਸ, ਫੁੱਲ ਆਫ ਲਾਈਫ, ਵੈਜੀਟੇਸ਼ਨ, ਪੇਮੈਂਟ, ਫੈਂਸ, ਅਨਇੰਸਪਾਇਰਿੰਗ, ਰਿਡੀਕਿਊਲ, ਡਰੈਡ, ਸਰਵੇ, ਰਿਜ਼ਿਊਮ, ਕਨਸੈਂਟ। ਇੱਥੇ ਤੱਕ ਆ ਸਾਰੇ ਵਰਡਸ ਮੈਂ ਤੁਹਾਨੂੰ ਇਹਨਾਂ ਦੇ ਮੀਨਿੰਗ ਦੱਸ ਚੁੱਕਿਆ, ਇਹਨਾਂ ਦੇ ਪੰਜਾਬੀ ਚ ਮੀਨਿੰਗ ਦੱਸ ਚੁੱਕਿਆ। ਇਹ ਸਾਡੀ ਗਲੋਸਰੀ ਹੈ। ਤੇ ਕਈ ਕੁਐਸਚਨਸ ਵੀ ਆਪਾਂ ਕਵਰ ਕਰ ਲਏ, ਜਿਵੇਂ what piece of work was assigned to Tom by his aunt and how he do it। ਕਿਹੜਾ ਕੰਮ ਟੌਮ ਨੂੰ ਦਿੱਤਾ ਗਿਆ ਸੀ ਆਂਟੀ ਪੋਲੀ ਦੁਆਰਾ, ਠੀਕ ਹੈ, ਅਤੇ ਉਸਨੇ ਇਹ ਕਿਵੇਂ ਕੀਤਾ। how did Ben Roger ridicule him। ਕਿਸ ਤਰ੍ਹਾਂ Ben Roger ਨੇ ਉਸਦਾ ਮਜ਼ਾਕ ਉਡਾਇਆ। why did Tom's mouth water। ਕਿਉਂ, why ਦਾ ਮਤਲਬ ਕਿਉਂ ਟੌਮ ਦੇ ਮਾਊਥ ਚ ਪਾਣੀ ਆਇਆ। ਤਾਂ ਇਹ ਸਾਰੀਆਂ ਗੱਲਾਂ ਤੁਸੀਂ ਇਹਦੇ ਆਨਸਰ ਤੁਸੀਂ ਇੱਕ ਲਾਈਨ ਚ ਲਿਖ ਸਕਦੇ ਹੋ। ਫੋਰਥ ਕੁਐਸਚਨ ਹੈ ਹਾਊ ਡਿਡ ਟੌਮ ਸਵੀਪ ਹਿਸ ਬ੍ਰਸ਼। ਟੌਮ ਨੇ ਆਪਣੇ ਬ੍ਰਸ਼ ਨੂੰ ਸਵੀਪ ਕਿਵੇਂ ਕਰਦਾ ਸੀਗਾ, ਉਹ ਕਿਵੇਂ ਲਗਾਉਂਦਾ ਸੀ ਇੱਧਰ ਉੱਧਰ। ਇਹ ਸਾਰੀਆਂ ਮੈਂ ਆਨਸਰ ਬੇਟਾ ਦੱਸ ਚੁੱਕਿਆ। ਜੇ ਫਿਰ ਵੀ ਤੁਹਾਨੂੰ ਕੋਈ ਕੁਐਸਚਨ ਔਖਾ ਲੱਗਦਾ ਜਾਂ ਨਹੀਂ ਸਮਝ ਆਉਂਦਾ ਤਾਂ ਤੁਸੀਂ ਮੈਨੂੰ WhatsApp ਤੋਂ ਪੁੱਛ ਸਕਦੇ ਹੋ। ਚਲੋ ਠੀਕ ਹੈ ਜੀ, ਫਿਰ ਆਪਾਂ ਕੱਲ ਨੂੰ ਮਿਲਦੇ ਹਾਂ। ਕੱਲ ਤਾਂ ਸੰਡੇ ਹੈ, ਜੇ ਦੇਖਦੇ ਹਾਂ ਜੇ ਲੱਗ ਸਕੀ ਕਲਾਸ ਮੈਂ ਲਾਉਂਗਾ, ਅਦਰਵਾਈਜ਼ ਮੈਂ ਫਿਰ ਮੰਡੇ ਤਾਂ ਡੈਫੀਨੇਟਲੀ ਲਾਵਾਂਗੇ ਆਪਾਂ। ਕੋਈ ਪ੍ਰੋਬਲਮ ਹੈ ਦੱਸੋ ਜੀ। ਹਾਂਜੀ ਹਾਂਜੀ ਗਲੋਸਰੀ ਤੇ ਸਾ ਕੁਐਸਚਨ ਆਨਸਰ ਕਰ ਹੀ ਲਈਏ ਜੀ ਦੋਨੋਂ। ਗਲੋਸਰੀ ਤਾਂ ਬੇਟਾ ਡੈਫੀਨੇਟਲੀ ਕਰੋ। ਗਲੋਸਰੀ ਤਾਂ ਦੇਖੋ ਤੁਸੀਂ ਆਪਣੀ ਪੱਕੀ ਕਾਪੀ ਤੇ ਸਿੱਧੀਓ ਕਰ ਲਓ, ਠੀਕ ਹੈ। ਜਿਹੜੇ ਕੁਐਸਚਨ ਆਨਸਰ ਹੈ ਕਈ ਆਨਸਰਸ ਗਲਤ ਕਰ ਲੈਂਦੇ ਹੋ, ਤਾਂ ਮੈਂ ਚਾਹੁੰਦਾ ਹੁੰਦਾ ਇੱਕ ਵਾਰੀ ਜਸਟ ਤੁਸੀਂ ਇਕੱਲੇ ਆਨਸਰ ਲਿਖ ਕੇ ਮੈਨੂੰ ਚੈੱਕ ਕਰਾ ਦਿਓ। ਮੈਨੂੰ ਪਹਿਲਾਂ ਤੁਸੀਂ ਭੇਜ ਦਿਓ, ਚੈੱਕ ਕਰਾ ਦਿਓ, ਤੇ ਮੈਂ ਫਿਰ ਉਸ ਤੋਂ ਬਾਅਦ ਤੁਹਾਨੂੰ ਅਲਾਉ ਕਰ ਦੂੰਗਾ ਕਿ ਤੁਸੀਂ ਆਪਣੀ ਪੱਕੀ ਕਾਪੀ ਤੇ, ਮੈਨੂੰ ਐ ਕਿ ਪੱਕੀ ਕਾਪੀ ਤੇ ਗਲਤ ਨਾ ਉਤਾਰ,
ਤਾਂ ਕਰਕੇ ਤੁਹਾਨੂੰ ਇੱਕ ਵਾਰੀ ਕਹਿੰਦਾ ਜਸਟ ਨੰਬਰਿਕ ਆਨਸਰ ਪਾ ਕੇ ਮੈਨੂੰ ਤੁਸੀਂ ਪਿਕ ਭੇਜ ਦਿਆ ਕਰੋ। ਇੱਕ ਇੱਕ ਲਾਈਨ ਦੇ ਵਿੱਚ ਜਾਂ ਕਈ ਵਾਰੀ ਇੱਕ ਦੋ ਵਰਡਸ ਦੇ ਵਿੱਚ ਹੀ ਆਨਸਰ ਹੁੰਦਾ, ਬਹੁਤੇ ਵੱਡੇ ਆਨਸਰ ਨਾ ਬਣਾਈਓ। ਇਹ ਜਿਹੜਾ ਈਜ਼ੀ ਕੰਮ ਹੈ ਮੈਂ ਤੁਹਾਨੂੰ ਦੇ ਰਿਹਾ, ਬਾਕੀ ਜਿਹੜਾ ਇਹਦਾ ਮੇਨ ਟੌਮ ਸਾਇਰ ਦਾ ਕਰੈਕਟਰ ਸਕੈਚ ਆਊਗਾ ਉਹ ਮੈਂ ਕਰਾਉਂਗਾ। ਹੋਰ ਕੋਈ ਪ੍ਰੋਬਲਮ ਜੀ ਕਿਸੇ ਨੂੰ ਦੱਸੋ? ਸੁਖਮਨ, ਸਿਮਰਜੀਤ, ਦਮਨ? हाँ जी सर। ਦਮਨ ਠੀਕ ਹੈ ਹੁਣ? ਤੁਹਾਡੀ ਹਾਲਤ ਠੀਕ ਹੈ? Sir, yes. ਅੱਛਾ, ਪਿਛਲਾ ਕੰਮ ਕਰ ਲਿਆ ਪੂਰਾ? ਹੌਲੀ ਹੌਲੀ ਕਰ ਲਿਓ, ਠੀਕ ਹੈ? Okay, sir. ਸੁਖਮਨ ਤੁਹਾਡਾ ਕਿਵੇਂ ਹੋ? ठीक हाँ जी, तुसी किवें हो? ਵਧੀਆ ਵਧੀਆ। ਅੱਛਾ ਹਾਂ, ਰਣਜੋਤ, ਇੱਕੋ ਹੀ ਮੁੰਡਾ ਮੁੱਲਾ ਦਾ ਆਪਣੀ ਕਲਾਸ ਚ। ਰਣਜੋਤ ਕਿਵੇਂ ਬੇਟਾ? ਹਾਂਜੀ ਕੰਮ ਵਧੀਆ ਕਰੀ ਜਾਂਦੇ ਪੁੱਤਰ? ਹਾਂਜੀ ਚਲੋ ਕਰ ਲਿਆ ਕਰੋ, ਭੇਜ ਵੀ ਦਿਆ ਕਰੋ। ਪ੍ਰਭਜੋਤ? ਹਾਂਜੀ ਪ੍ਰਭਜੋਤ हाँ जी सर। ਹਾਂ, ਕੰਮ ਕਰ ਲਿਆ ਪਿਛਲਾ ਪੂਰਾ ਸਾਰਾ? ਸਮਝ ਆ ਰਿਹਾ ਹੈ? हाँ जी सर। ਚਲੋ ਠੀਕ ਹੈ ਬੇਟਾ, ਓਕੇ ਜੀ, ਅਗਲੇ ਲੈਕਚਰ ਮਿਲਦੇ हैं।